पढ़िया सी सोलो मॉडल च तुसीं कंपैरिजन भी पढ़ लिया हेराडोमर मॉडल दे नाल। हुण तुसीं अज सोलो मॉडल जिहड़ा पढ़ना सी सोलो मॉडल दा एक्सप्लेनेशन पढ़नी सी किद्दां इकोनॉमी किहड़े मर्जी जगह तो किस तरह वापस उस जगह ते आ सकदी है स्टडी ग्रोथ दे उत्ते। ये तुसीं अज सारा पढ़ना। कल दा थोड़ा जिहा हिस्सा मैं तुहानूं रिवाइंड करान लगा हां प्रोडक्शन फंक्शन ते सेविंग। अच्छा एक तुसीं कल चीज़ पढ़ी सी अपने कोल प्रोडक्शन फंक्शन। तुहानूं पता इनकम किहदा फंक्शन हुंदा कैपिटल ते लेबर दा। नियो क्लासिकल दा प्रोडक्शन फंक्शन दित्ता है। वो प्रोडक्शन फंक्शन गिवन है तुहानूं ਉਹਦੇ ਵਿੱਚ ਤੁਹਾਨੂੰ ਸਾਰਾ ਕੁਝ ਲਿਖਿਆ ਆ y is a function of capital and labor। ਹੁਣ ਤੁਹਾਨੂੰ ਇਹ ਵੀ ਪਤਾ ਆ ਕਿਹੜਾ ਰਿਟਰਨ ਟੂ ਸਕੇਲ ਲੱਗਦਾ ਹੈ ਆਪਣੇ ਕੋਲ ਕਾਂਸਟੈਂਟ ਰਿਟਰਨ ਟੂ ਸਕੇਲ। ਜੇ ਕਾਂਸਟੈਂਟ ਰਿਟਰਨ ਟੂ ਸਕੇਲ ਲੱਗਦਾ ਆ ਕਾਂਸਟੈਂਟ ਰਿਟਰਨ ਟੂ ਸਕੇਲ। ਹੁਣ ਕਾਂਸਟੈਂਟ ਰਿਟਰਨ ਟੂ ਸਕੇਲ ਦਾ ਮਤਲਬ ਜਿੰਨੀ ਪਰਸੈਂਟੇਜ ਤੁਸੀਂ ਇਨਕਮ ਕੈਪੀਟਲ ਤੇ ਲੇਬਰ 'ਚ ਕਰਦੇ ਪਏ ਹੋ ਉਨੀ ਹੀ ਪਰਸੈਂਟੇਜ ਚੇਂਜ ਕਾਹਦੇ 'ਚ ਹੋ ਰਹੀ ਆ ਆਊਟਪੁੱਟ ਦੇ ਵਿੱਚ। ਕਲੀਅਰ ਹੈ। ਜਿਹੜਾ ਆਪਾਂ Z ਆ Z ਕੀ ਆ ਇੱਕ ਤੁਹਾਡੇ ਕੋਲ ਇੱਕ ਇਹੋ ਜਿਹੀ ਕੁਆਂਟਿਟੀ ਆ ਜਿਹੜੀ ਕੀ ਹੁੰਦੀ ਆ ਕਾਂਸਟੈਂਟ। ਕਲੀਅਰ। ਹੁਣ ਨਿਓ ਕਲਾਸਿਕਲ ਦੇ ਅਕੋਰਡਿੰਗਲੀ ਆਪਾਂ ਇਹ ਸਾਰੇ ਫੰਕਸ਼ਨ ਨੂੰ ਕਾਹਦੇ 'ਚ ਕਰਦੇ ਹਾਂ ਪਰ ਕੈਪੀਟਲ ਟਰਮਸ ਦੇ ਵਿੱਚ। ਇਹਦਾ ਮਤਲਬ ਜਿਹੜਾ Z ਆ Z ਨੂੰ ਆਪਾਂ ਕੀ ਪੁੱਟ ਕਰ ਦਿੰਦੇ ਹਾਂ 1/L। ਜਦੋਂ ਤੁਸੀਂ 1/L ਪੁੱਟ ਕਰੋਗੇ ਇਸ ਵਾਲੇ ਫੰਕਸ਼ਨ 'ਚ ਆਹ ਜਿਹੜਾ ਫੰਕਸ਼ਨ ਲਿਖਿਆ ZY is equal to AFZKZL ਇਹਦੇ 'ਚ ਜਿੱਥੇ ਵੀ Z ਆ ਉਹਨੂੰ ਕੀ ਪੁੱਟ ਕਰ ਦਿਓ 1/L। ਜਦੋਂ 1/L ਪੁੱਟ ਕਰੋਗੇ Y ਕੀ ਬਣ ਗਿਆ Y/L। ZK ਇਹ ਬਣ ਗਿਆ K/L ਤੇ L ਕੀ ਆ ਗਿਆ L/L। ਜਦੋਂ ਕੱਟੋਗੇ ਕੱਟਣ ਤੇ ਕੀ ਬਣਿਆ AFK/L L ਨਾਲ L ਕੱਟ ਕੇ ਆ ਗਿਆ 1। ਇਹ ਤੁਹਾਡੇ ਕੋਲ ਫੰਕਸ਼ਨ ਆਹ ਵਾਲਾ ਬਣ ਗਿਆ। ਇਹਦੇ 'ਚ ਇੱਕ ਲਾਈਨ ਲਿਖੀ ਆ we assume that technology is constant। ਇਹਦਾ ਮਤਲਬ ਟੈਕਨੋਲੋਜੀ ਕੀ ਹੁੰਦੀ ਆ ਆਪਾਂ ਅਜ਼ਿਊਮ ਮੰਨਦੇ ਪਏ ਆ ਕੌਨਸਟੈਂਟ ਨੋ ਟੈਕਨੋਲੋਜੀਕਲ ਪ੍ਰੋਗਰੈਸ। ਇਹਦਾ ਮਤਲਬ ਕੋਈ ਵੀ ਚੇਂਜ ਟੈਕਨੋਲੋਜੀ ਦੇ ਵਿੱਚ ਨਹੀਂ ਆ ਰਹੀ ਸ਼ਾਰਟ ਪੀਰੀਅਡ ਸੌਰੀ ਜਦੋਂ ਆਪਾਂ ਬਿਗਿਨ ਕਰਦੇ ਹਾਂ ਜਦੋਂ ਸ਼ੁਰੂ ਕਰਦੇ ਹਾਂ ਕੋਈ ਵੀ ਪ੍ਰੋਸੈਸ। ਇਹਦਾ ਮਤਲਬ ਇੱਥੇ ਤੁਸੀਂ ਇਹ ਨਾਮ ਹੀ ਲਿਖੋਗੇ ਤਾਂ ਵੀ ਕੋਈ ਪ੍ਰੋਬਲਮ ਨਹੀਂ। ਹੁਣ Y/L ਨੂੰ ਸਮਾਲ y ਤੇ K/L ਨੂੰ ਆਪਾਂ ਕੀ ਲਿਖਤਾ ਸਮਾਲ k। ਇਹਦਾ ਮਤਲਬ ਸਮਾਲ y ਇਜ਼ ਅ ਫੰਕਸ਼ਨ ਆਫ k ਯਾਨੀ ਕਿ ਆਊਟਪੁੱਟ ਪਰ ਲੇਬਰ ਇਜ਼ ਅ ਫੰਕਸ਼ਨ ਆਫ ਕੈਪੀਟਲ ਪਰ ਲੇਬਰ। ਜਿੰਨੀ ਚੇਂਜ ਕੈਪੀਟਲ 'ਚ ਹੋਏਗੀ ਉਹਦਾ ਸਿੱਧਾ ਇਫੈਕਟ ਕਿਹਦੇ 'ਤੇ ਹੋਏਗਾ ਆਊਟਪੁੱਟ ਪਰ ਹੈਡ ਦੇ ਵਿੱਚ। ਜੇ ਕੈਪੀਟਲ ਪਰ ਲੇਬਰ ਜ਼ਿਆਦਾ ਕਰੋਗੇ ਤਾਂ ਆਊਟਪੁੱਟ ਪਰ ਲੇਬਰ ਵੀ ਜ਼ਿਆਦਾ ਹੋਏਗੀ। ਇਸ ਤੋਂ ਬਾਅਦ ਤੁਸੀਂ ਪੜ੍ਹੀ ਸੀ ਡਾਇਗਰਾਮੈਟਿਕ ਰਿਪਰੈਜ਼ੈਂਟੇਸ਼ਨ। ਹੁਣ ਡਾਇਗਰਾਮੈਟਿਕ ਰਿਪਰੈਜ਼ੈਂਟੇਸ਼ਨ ਦੇ ਵਿੱਚ ਤੁਸੀਂ ਇੱਕ ਚੀਜ਼ ਪੜ੍ਹੀ ਸੀ ਸ਼ੁਰੂ ਦੇ ਵਿੱਚ ਜਿਹੜਾ ਪ੍ਰੋਸੈਸ ਆ ਉਹ ਪ੍ਰੋਸੈਸ ਕੀ ਹੁੰਦਾ ਆ ਤੁਹਾਡਾ ਇਨਕਰੀਜ਼ਿੰਗ ਰੇਟ 'ਤੇ ਵੱਧਦਾ ਆ ਉਸ ਤੋਂ ਬਾਅਦ ਇਹ ਡਿਕਰੀਜ਼ਿੰਗ 'ਤੇ ਹੁੰਦਾ ਹੋਇਆ ਅਤੇ ਡਿਮਿਸ਼ਿੰਗ ਹੁੰਦਾ ਹੋਇਆ ਅਤੇ ਕੌਨਸਟੈਂਟ ਹੋ ਜਾਂਦਾ ਹੈ। ਆ ਜਿਹੜਾ FK ਦੀ ਲਾਈਨ ਹੈ Y is equal to FK। ਕਲੀਅਰ ਹੈ। ਮੈਂ ਤੁਹਾਨੂੰ ਕੱਲ੍ਹ ਇਹਦੇ ਵਿੱਚ ਇੱਕ ਦੋ ਗੱਲਾਂ ਕਹੀਆਂ ਸੀ ਉਹ ਗੱਲਾਂ ਕੀ ਕੀਤੀਆਂ ਸੀ ਮੈਂ ਉਹਦੇ ਵਿੱਚ ਤੁਹਾਨੂੰ ਕਿਹਾ ਸੀ ਕਿ ਜਿਹੜਾ ਤੁਹਾਡਾ ਇਹ ਸਿਸਟਮ ਹੁੰਦਾ ਹੈ ਸਪੋਜ਼ ਕਰੋ ਆਪਾਂ ਆਹ ਵਾਲੇ ਪੁਆਇੰਟ 'ਤੇ ਆ ਇਸ ਪੁਆਇੰਟ 'ਤੇ ਇਸ ਪੁਆਇੰਟ 'ਤੇ ਆਉਣ ਦਾ ਮਤਲਬ ਆ ਕਿ ਤੁਸੀਂ ਇੱਥੇ ਜਿਹੜਾ ਵੀ ਲੈਵਲ ਹੈਗਾ ਸਪੋਜ਼ ਕਰੋ K0 ਆ K0 ਦੇ ਉੱਤੇ ਤੁਸੀਂ ਇਸ ਪੁਆਇੰਟ ਦੇ ਉੱਤੇ ਆ ਗਏ। ਕਲੀਅਰ। ਇਸ ਪੁਆਇੰਟ 'ਤੇ ਆਪਾਂ ਜਦੋਂ ਕੈਪੀਟਲ ਲਗਾਈ ਆ K0 ਆਊਟਪੁੱਟ ਹੋ ਗਈ ਆ Y0। ਕਲੀਅਰ ਇਕੋਨੋਮੀ ਦੇ ਵਿੱਚ। ਹੁਣ ਕੈਪੀਟਲ ਪਰ ਲੇਬਰ ਵਧਾ ਦਿੱਤੀ ਆਪਾਂ ਇੱਕ ਬੰਦੇ 'ਤੇ ਪਹਿਲਾਂ ਖਰਚਾ ਕਰਦੇ ਪਏ ਸੀ ਸਿਰਫ ਉਹਦੀ ਜਿਹੜੀ ਮਜ਼ਦੂਰੀ ਦਿੰਦੇ ਪਏ ਸੀ। ਮੈਂ ਤੁਹਾਨੂੰ ਕੱਲ੍ਹ ਇੱਕ ਐਗਜ਼ਾਮਪਲ ਦਿੱਤੀ ਸੀ ਬੜੀ ਵਧੀਆ। ਸਪੋਜ਼ ਕਰੋ ਕਿਸੇ ਬੰਦੇ ਨੂੰ ਆਪਾਂ ਫੈਕਟਰੀ ਦੇ ਵਿੱਚ ਕੰਮ ਲਾ ਦਿੱਤਾ। ਕੰਮ ਕੀ ਲਾਇਆ ਸਮਝ ਲਓ ਇੱਕ ਛੋਟਾ ਜਿਹਾ ਕੰਮ ਕਹਿ ਦਿੰਦਾ ਸਫਾਈ ਕਰਨੀ ਹੈ। ਸਫਾਈ ਕਰਨੀ ਸੀ ਉਹਨੂੰ ਆਪਾਂ ਇੱਕ ਝਾੜੂ ਮੁਹੱਈਆ ਕਰਾ ਦਿੱਤਾ। ਝਾੜੂ ਮੁਹੱਈਆ ਕਰਾ ਕੇ ਉਹਨੂੰ ਕੋਈ ਸਫਾਈ ਕਰਵਾ ਦਿੱਤੀ। ਕਲੀਅਰ ਹੈ। ਉਹਨੇ ਇੱਕ ਦਿਹਾੜੀ ਦੇ ਵਿੱਚ ਸਪੋਜ਼ ਕਰੋ ਆਪਣਾ ਇੱਕ ਹਾਲ ਹੌਲੀ ਹੌਲੀ ਕਰਕੇ ਸਾਫ਼ ਕਰ ਲਿਆ 8 ਘੰਟੇ ਦੇ ਵਿੱਚ। ਹੁਣ ਆਪਾਂ ਉਹਨੂੰ ਝਾੜੂ ਦੇ ਨਾਲ ਜਿਹੜਾ ਕਚਰਾ ਆ ਉਹਨੂੰ ਚੁੱਕਣ ਲਈ ਇੱਕ ਹੋਰ ਚੀਜ਼ ਦੇ ਦਿੱਤੀ ਬਾਕਸ ਫੜਾ ਦਿੱਤਾ ਜਿਹਦੇ ਵਿੱਚ ਉਹ ਸਿੱਧੇ ਦਾ ਸਿੱਧਾ ਕਚਰਾ ਪਾ ਸਕਦਾ ਹੈ ਆਉਂਦਾ ਹੈ ਇੱਕ ਟੂਲ। ਹੁਣ ਉਹ ਆਪਾਂ ਕੈਪੀਟਲ ਵਧਾ ਦਿੱਤੀ ਉਹਨੂੰ ਆਪਾਂ ਸਿਰਫ ਦਿੰਦੇ ਪਏ ਸੀ ਇੱਕ ਦਿਹਾੜੀ ਦਾ 100 ਰੁਪਈਆ ਪਲੱਸ 20 ਰੁਪਏ ਦਾ ਝਾੜੂ 120 ਰੁਪਈਏ। ਹੁਣ ਤੁਸੀਂ ਕੈਪੀਟਲ ਪਰ ਲੇਬਰ ਵਧਾ ਦਿੱਤੀ
ਉਹਨੂੰ ਉਹ ਡਸਟਬਿਨ ਵੀ ਨਾਲ ਹੀ ਦੇ ਦਿੱਤਾ ਜਿਹਦੇ ਵਿੱਚ ਕਚਰਾ ਉਸੇ ਵੇਲੇ ਹੀ ਪਾ ਦਿੰਦਾ ਹੈ ਜਾ ਕੇ ਉਹਨੂੰ ਯਾਨੀ ਕਿ ਉਹਨੂੰ ਉਹ ਤੈਅ ਨਾ ਕਰਨੀ ਪਵੇ ਦੂਰੀ ਬਾਰ-ਬਾਰ ਚੁੱਕ ਕੇ ਲੈ ਕੇ ਜਾਣ ਦੀ। ਹੁਣ ਸਪੋਜ਼ ਕਰੋ ਹੁਣ ਤੁਸੀਂ ਉਹਦਾ ਜਿਹੜਾ ਉਹ ਕੈਪੀਟਲ ਪਰ ਲੇਬਰ ਆ K0 ਤੋਂ K ਤੇ ਲੈ ਜਾਂਦੀ ਕਿਉਂਕਿ K1 ਪਹਿਲਾਂ ਹੀ ਹੈਗਾ। ਆਹ ਹੈਗਾ ਸੀ ਤੁਹਾਡੇ ਕੋਲ K0, ਠੀਕ ਹੈ। ਆਹ ਆ ਗਿਆ ਤੁਹਾਡੇ ਕੋਲ K1। ਹੁਣ ਜਦੋਂ ਤੁਸੀਂ K1 ਤੇ ਪਹੁੰਚੇ ਇਸ ਜਗ੍ਹਾ ਤੇ ਆਹ ਵਾਲਾ ਲੈਵਲ ਆਪਣਾ ਆ ਗਿਆ ਨਵਾਂ, ਯਾਨੀ ਕਿ ਕੈਪੀਟਲ ਜ਼ਿਆਦਾ ਵਧਾਉਣ ਦੇ ਨਾਲ ਆਊਟਪੁੱਟ ਵੀ ਵੱਧ ਗਈ। ਕੈਪੀਟਲ ਸਿਰਫ ਵਧਾਈ ਤੁਸੀਂ ਇੰਨੀ, ਆ ਜਿਹੜਾ ਮੈਂ 10 ਲਿਖਿਆ, ਸਪੋਜ਼ ਕਰੋ 10 ਆਹ ਵਾਲੀ ਕੈਪੀਟਲ ਵਧਾ ਦਿੱਤੀ ਤੇ ਆਊਟਪੁੱਟ ਕਿੰਨੀ ਵਧੀ ਪਈ, ਆ ਤੁਹਾਡੇ ਕੋਲ ਹੈਗੀ ਤੇ ਹੈ, ਆਹ ਵਾਲੀ ਆਊਟਪੁੱਟ ਵੱਧ ਗਈ। ਕਲੀਅਰ। ਹੁਣ ਆਹ ਲੇਬਰ ਵਧਾਉਣ ਦੇ ਨਾਲ ਇੱਕ ਲੇਬਰ ਦੇ ਉੱਤੇ ਜਿਹੜਾ ਖਰਚਾ ਕੀਤਾ ਇੰਨਾ ਕੁ ਵਧਾਇਆ ਤੇ ਕੈਪੀਟਲ ਵੱਧ ਗਈ ਇੰਨੀ। ਇਹ ਜਿਹੜੀ ਚੀਜ਼ ਹੈ ਇਹਦਾ ਮਤਲਬ ਆ ਕਿ ਜਿਹੜੀ ਤੁਸੀਂ ਪਿਛਲੀ ਇਕੁਏਸ਼ਨ ਪੜ੍ਹੀ ਆ ਮੇਰੇ ਕੋਲ, ਉਸ ਇਕੁਏਸ਼ਨ ਦੇ ਅਕੋਰਡਿੰਗਲੀ ਤੁਸੀਂ ਕੀ ਉਹਦੇ ਤੋਂ ਸਿੱਖ ਲਿਆ ਕਿ ਜਿੰਨਾ ਆਪਾਂ ਕੈਪੀਟਲ ਪਰ ਲੇਬਰ ਨੂੰ ਇਨਕਰੀਜ਼ ਕਰਦੇ ਹਾਂ ਉਸ ਤੋਂ ਜ਼ਿਆਦਾ ਇਨਕਰੀਜ਼ ਕਿਹਦੇ 'ਚ ਹੋ ਰਹੀ ਆ, ਆਊਟਪੁੱਟ ਪਰ ਲੇਬਰ 'ਚ। ਫਿਲਹਾਲ ਸ਼ੁਰੂ ਦੇ ਵਿੱਚ ਜਦੋਂ ਇਨਕਰੀਜ਼ਿੰਗ ਆਰਡਰ ਤੇ ਚੱਲਦਾ। ਹੁਣ ਇਹੀ ਜਗ੍ਹਾ ਤੇ ਤੁਸੀਂ ਜਾਓ, ਇਸ ਜਗ੍ਹਾ ਤੇ ਜਦੋਂ ਮੂਵ ਕਰੋਗੇ ਇੱਥੇ ਜਿਹੜੀ ਉਹਦੀ ਆਰਡਰ ਆ, ਇੱਥੇ ਸਟੀਪ ਸਲੋਪ ਹੈ, ਇੱਥੇ ਉਹਦਾ ਜੈਂਟਲ ਸਲੋਪ ਬਣਨਾ ਸ਼ੁਰੂ ਹੋ ਗਿਆ। ਇਸ ਜਗ੍ਹਾ ਤੇ ਜਾਓਗੇ ਇੱਕ ਪੁਆਇੰਟ ਆਹ ਲੈ ਲਿਆ, ਇੱਕ ਪੁਆਇੰਟ ਤੁਸੀਂ ਆਹ ਲਵੋਗੇ, ਇਹਦਾ ਮਤਲਬ ਹੁਣ ਤੁਸੀਂ ਇੱਧਰ ਚੇਂਜ ਘੱਟ ਕਰ, ਇੱਧਰ ਚੇਂਜ ਜ਼ਿਆਦਾ ਹੋ ਰਹੀ ਹੈ, ਇੱਧਰ ਚੇਂਜ ਘੱਟ ਹੋ ਰਹੀ ਹੈ। ਮੈਂ ਇੱਕ ਪੁਆਇੰਟ ਆ ਵੀ ਲੈ ਕੇ ਦਿਖਾ ਦਿੰਦਾ K1 ਤੋਂ ਬਾਅਦ ਆਪਾਂ ਸਪੋਜ਼ ਕਰੋ ਆਹ ਵਾਲੀ K2 ਤੇ ਲੈ ਗਏ। ਇਸ ਜਗ੍ਹਾ ਤੇ ਜਦੋਂ ਲੈ ਕੇ ਗਏ ਤੁਹਾਡੀ ਚੇਂਜ ਕਿੰਨੀ ਆਈ, ਬਿਲਕੁਲ ਥੋੜੀ ਜਿਹੀ ਉੱਪਰ, ਇਹ ਤੇ ਲਾਈਨ ਚਲੋ ਗਲਤ ਹੋ ਗਈ, ਥੋੜੀ ਜਿਹੀ ਲਾਈਨ ਉਹਦੇ ਉੱਪਰ ਕੀ ਆ ਗਈ ਤੁਹਾਡੇ ਕੋਲ, ਚੇਂਜ ਆ ਗਈ। ਕਲੀਅਰ ਹੈ। ਹੁਣ ਇਹਦਾ ਮਤਲਬ ਇਹ ਹੋਇਆ ਕਿ ਤੁਹਾਡੇ ਕੋਲ ਜਿਹੜੀ ਆਹ ਵਾਲੀ ਚੀਜ਼ ਆਈ ਚੇਂਜ, ਇਸ ਚੇਂਜ ਨੂੰ ਕੀ ਕਹਿੰਦੇ ਆਪਾਂ, ਮਾਰਜਨਲ ਪ੍ਰੋਡਕਟਿਵਿਟੀ ਆਫ ਕੈਪੀਟਲ। ਇਸ ਚੇਂਜ ਨੂੰ ਆਪਾਂ ਕੀ ਕਹਿੰਦੇ ਆ, ਮਾਰਜਨਲ ਪ੍ਰੋਡਕਟਿਵਿਟੀ ਆਫ ਕੈਪੀਟਲ। ਹਾਂਜੀ, ਇਸ ਰੀਜ਼ਨ ਇਹਨੂੰ ਕੀ ਕਹਿੰਦੇ ਆਪਾਂ, ਮਾਰਜਨਲ ਪ੍ਰੋਡਕਟਿਵਿਟੀ ਆਫ ਕੈਪੀਟਲ। ਹੁਣ ਤੁਹਾਡੇ ਕੋਲ ਆਹ ਜਿਹੜੀ ਮਾਰਜਨਲ ਪ੍ਰੋਡਕਟਿਵਿਟੀ ਆਫ ਕੈਪੀਟਲ ਆ, ਇਹ ਕੀ ਸ਼ੋ ਕਰਦੀ ਆ ਕਿ ਜਿਸ ਤਰ੍ਹਾਂ ਆਪਾਂ ਇਕੋਨਮੀ ਦੇ ਵਿੱਚ ਮੂਵ ਕਰਦੇ ਆ, ਜਿਹੜੀ ਮਾਰਜਨਲ ਪ੍ਰੋਡਕਟਿਵਿਟੀ ਆਫ ਕੈਪੀਟਲ ਆ ਉਹ ਡਿਮਿਨਿਸ਼ਿੰਗ ਰੇਟ ਦੇ ਉੱਤੇ ਕੰਮ ਕਰਦੀ ਹੈ ਪ੍ਰੋਡਕਸ਼ਨ ਫੰਕਸ਼ਨ ਦੇ ਵਿੱਚ। ਸ਼ੁਰੂ ਦੇ ਵਿੱਚ ਜ਼ਿਆਦਾ ਹੁੰਦੀ ਹੈ, ਬਾਅਦ 'ਚ ਵੱਧਦੀ ਤੇ ਹੈਗੀ ਆ, ਪਰ ਡਿਮਿਨਿਸ਼ਿੰਗ ਰੇਟ ਤੇ ਵੱਧਦੀ ਹੈ। ਇਹਦਾ ਮਤਲਬ ਮਾਰਜਨਲ ਪ੍ਰੋਡਕਟਿਵਿਟੀ ਆਫ ਕੈਪੀਟਲ ਕੀ ਹੁੰਦੀ ਆ, ਚੇਂਜ ਇਨ ਟੋਟਲ ਪ੍ਰੋਡਕਟਿਵਿਟੀ ਬਾਈ ਐਡੀਸ਼ਨ ਆਫ ਵਨ ਮੋਰ ਫੈਕਟਰ ਆਫ ਪ੍ਰੋਡਕਸ਼ਨ। ਇੱਥੇ ਫੈਕਟਰ ਆਫ ਪ੍ਰੋਡਕਸ਼ਨ ਕੀ ਹੈ, ਕੈਪੀਟਲ। ਫਿਜ਼ੀਕਲ ਟਰਮਸ ਵਿੱਚ ਜਿੰਨੀ ਉਹਦੇ 'ਚ ਇਨਕਰੀਜ਼ ਹੁੰਦੀ ਆ ਟੋਟਲ ਪ੍ਰੋਡਕਟਿਵਿਟੀ ਉਹਦੇ ਵਿੱਚ, ਉਹਨੂੰ ਕਹਿੰਦੇ ਆ ਮਾਰਜਨਲ ਪ੍ਰੋਡਕਟਿਵਿਟੀ। ਇਹ ਡਾਇਗਰਾਮੈਟਿਕ ਰਿਪਰੈਜ਼ੈਂਟੇਸ਼ਨ ਆਪਾਂ ਕੱਲ ਕੀਤੀ ਸੀ। ਅੱਜ ਇਸ ਤੋਂ ਅਗਲਾ ਕੰਮ ਜਿਹੜਾ ਹੈਗਾ ਆ ਉਹ ਤੁਹਾਡਾ ਹੈਗਾ ਆ ਨਿਓ ਕਲਾਸੀਕਲ ਮਾਡਲ ਨਾਲ ਇੱਕ ਗੱਲ ਕਰਦਾ ਆ ਕਿ ਜਦੋਂ ਆਪਾਂ ਇਕਨੋਮਿਕ ਗਰੋਥ ਨੂੰ ਕੈਪੀਟਲ ਅਕਮੂਲੇਸ਼ਨ ਦੇ ਥਰੂ ਐਕਸਪਲੇਨ ਕਰਦੇ ਆ ਤੇ ਉਸ ਪ੍ਰੋਸੈਸ ਦਾ ਐਂਡ ਕਿੱਥੇ ਹੁੰਦਾ ਹੈ, ਜਾ ਕੇ ਸਟੱਡੀ ਸਟੇਟ ਇਕੁਇਲਿਬਰੀਅਮ ਦੇ ਵਿੱਚ। ਜਦੋਂ ਆਪਾਂ ਇਕਨੋਮਿਕ ਗਰੋਥ ਨੂੰ ਕੈਪੀਟਲ ਅਕਮੂਲੇਸ਼ਨ ਦੇ ਵਿੱਚ ਯਾਨੀ ਕਿ ਸੇਵਿੰਗ ਤੇ ਇਨਵੈਸਟਮੈਂਟ ਯੂਜ਼ ਕਰਕੇ ਸੋਲਵ ਕਰਦੇ ਆ ਤੇ ਉਹਦਾ ਐਂਡ ਰਿਜ਼ਲਟ ਕਿੱਥੇ ਆਪਾਂ ਨੂੰ ਮਿਲਦਾ ਆ, ਸਟੱਡੀ ਸਟੇਟ ਇਕੁਇਲਿਬਰੀਅਮ ਦੇ ਵਿੱਚ। ਕਲੀਅਰ। ਹੁਣ ਸਟੱਡੀ ਸਟੇਟ ਇਕੁਇਲਿਬਰੀਅਮ ਨਿਓ ਕਲਾਸੀਕਲ ਦੇ ਅਕੋਰਡਿੰਗਲੀ ਕੀ ਆ, ਉਹ ਵਾਲੀ ਰੇਟ ਜਿਹਦੇ ਵਿੱਚ ਗਰੋਥ ਰੇਟ ਆਫ ਇਨਕਮ ਇਜ਼ ਇਕੁਅਲ ਟੂ ਗਰੋਥ ਰੇਟ ਆਫ ਲੇਬਰ ਇਜ਼ ਇਕੁਅਲ ਟੂ ਗਰੋਥ ਰੇਟ ਆਫ ਕੈਪੀਟਲ, ਜਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਗਰੋਥ ਰੇਟ ਆਫ ਇਨਕਮ ਇਜ਼ ਇਕੁਅਲ ਟੂ ਗਰੋਥ ਰੇਟ ਆਫ ਪਾਪੂਲੇਸ਼ਨ। ਜਿਹੜੀ ਆ ਲੇਬਰ ਫੋਰਸ ਹੈ ਇਹਨੂੰ ਪਾਪੂਲੇਸ਼ਨ ਨਾਲ ਵੀ ਆਪਾਂ ਕਾਊਂਟ ਕਰਦੇ ਹਾਂ। ਇਹਦਾ ਮਤਲਬ ਇਹ ਆ ਕਿ ਗਰੋਥ ਰੇਟ ਆਫ ਆਊਟਪੁੱਟ ਆ ਉਹ ਕਿਹਦੇ ਬਰਾਬਰ ਹੁੰਦੀ ਆ, ਜਾਂ ਸਟੱਡੀ ਸਟੇਟ ਇਕੁਇਲਿਬਰੀਅਮ ਕਦੋਂ ਆਉਂਦੀ ਆ, ਜਦੋਂ ਗਰੋਥ ਰੇਟ ਆਫ ਆਊਟਪੁੱਟ ਕਿਹਦੇ ਇਕੁਅਲ ਹੋ ਜਾਂਦੀ ਆ, ਗਰੋਥ ਰੇਟ ਆਫ ਲੇਬਰ ਫੋਰਸ ਐਂਡ ਗਰੋਥ ਰੇਟ ਆਫ ਕੈਪੀਟਲ। ਕਲੀਅਰ। ਇਹਦਾ ਮਤਲਬ ਗਰੋਥ ਇਨਕਮ ਪਰ ਕੈਪੀਟਾ ਤੇ ਕੈਪੀਟਲ ਪਰ ਕੈਪੀਟਾ ਆਪਸ ਦੇ ਵਿੱਚ ਕੀ ਹੋ ਜਾਂਦੇ ਆ, ਸੇਮ, ਯਾਨੀ ਕਿ ਇਹ ਚੇਂਜ ਨਹੀਂ ਕਰਦੇ ਉਸ ਟਾਈਮ ਪੀਰੀਅਡ ਦੇ ਵਿੱਚ।
ਕਲੀਅਰ ਆ। ਆਹ ਵਾਲਾ ਰਿਲੇਸ਼ਨ ਯਾਦ ਰੱਖਿਓ, ਇਹ ਸਟੱਡੀ ਸਟੇਟ ਇਕੁਇਲਿਬਰੀਅਮ ਦੇ ਵਿੱਚ ਇੱਕ ਇਕੁਏਸ਼ਨ ਆ ਜਿਹਦੇ ਵਿੱਚ ਇਹਨੇ ਕੰਮ ਕਰਨਾ ਆ ਡੈਲਟਾ ਵਾਈ ਓਵਰ ਵਾਈ ਇਜ਼ ਇਕੁਅਲ ਟੂ ਡੈਲਟਾ ਐਲ ਓਵਰ ਐਲ ਇਜ਼ ਇਕੁਅਲ ਟੂ ਡੈਲਟਾ ਕੇ ਓਵਰ ਕੇ। ਕਲੀਅਰ ਹੈ। ਹੁਣ ਆ ਗਈ ਆਪਣੇ ਕੋਲ ਸੋਲੋ ਮਾਡਲ ਦੀ ਇਕੁਏਸ਼ਨ। ਸੋਲੋ ਮਾਡਲ ਦੀ ਇਕੁਏਸ਼ਨ ਕੀ ਕਹਿੰਦੀ ਹੈ, ਧਿਆਨ ਨਾਲ ਸਮਝਿਓ, ਸੌਖੀ ਜੀ ਚੀਜ਼ ਹੈ। ਸਭ ਤੋਂ ਪਹਿਲਾਂ ਆਹ ਰਿਲੇਸ਼ਨ ਤੇ ਤੁਹਾਨੂੰ ਪਹਿਲਾਂ ਹੀ ਪਤਾ ਆ ਐਸ ਓਵਰ ਵਾਈ, ਆਹ ਰਿਲੇਸ਼ਨ ਦਾ ਤੇ ਤੁਹਾਨੂੰ ਪਤਾ ਹੀ ਹੈ ਐਸ ਇਜ਼ ਇਕੁਅਲ ਟੂ ਐਸ ਓਵਰ ਵਾਈ। ਸਭ ਤੋਂ ਪਹਿਲਾਂ ਆਪਾਂ ਜਦੋਂ ਪੜ੍ਹਿਆ ਸੀ ਐਸ ਇਜ਼ ਇਕੁਅਲ ਟੂ ਐਸ ਓਵਰ ਵਾਈ, ਸੇਵਿੰਗ ਇਜ਼ ਅ ਫੰਕਸ਼ਨ ਆਫ ਇਨਕਮ। ਆਹ ਜਿਹੜਾ ਸਮਾਲ ਐਸ ਹੁੰਦਾ ਹੈ ਪ੍ਰੋਪੈਂਸਿਟੀ ਟੂ ਸੇਵ। ਆਪਾਂ ਜਿੰਨੀ ਇਨਕਮ ਜ਼ਿਆਦਾ ਹੋਊਗੀ ਉਨੀ ਸੇਵਿੰਗ ਜ਼ਿਆਦਾ ਹੋਊਗੀ। ਡਿਪੈਂਡ ਕੀ ਕਰਦਾ ਕਿ ਤੁਸੀਂ ਉਹਦੇ 'ਚ ਸੇਵ ਕਰਦੇ ਕਿੰਨਾ ਪਏ ਹੋ। ਉਹ ਪ੍ਰੋਪੈਂਸਿਟੀ ਕਿੰਨੀ ਆ ਜਿਹਦੇ ਨਾਲ ਤੁਸੀਂ ਆਪਣਾ ਖਰਚਾ ਕੱਢਣ ਤੋਂ ਬਾਅਦ ਜਿਹੜੀ ਚੀਜ਼ ਤੁਸੀਂ ਬਚਾ ਲਈ। ਕਲੀਅਰ। ਇਹਦਾ ਮਤਲਬ ਸੇਵਿੰਗ ਇਜ਼ ਇਕੁਅਲ ਟੂ, ਸੇਵਿੰਗ ਇਜ਼ ਅ ਫੰਕਸ਼ਨ ਆਫ ਇਨਕਮ ਵੇਅਰ ਐਸ ਸਮਾਲ ਐਸ ਕਿਹਨੂੰ ਰਿਪਰੈਜ਼ੈਂਟ ਕਰਦਾ, ਪ੍ਰੋਪੈਂਸਿਟੀ ਟੂ ਸੇਵ। ਇੱਥੇ ਕਲੀਅਰ ਹੈ। ਉਸ ਤੋਂ ਬਾਅਦ ਤੁਹਾਡੇ ਕੋਲ ਨਿਕਲ ਕੇ ਜਿਹੜੀ ਚੀਜ਼ ਆਉਂਦੀ ਆ ਉਹ ਕੀ ਹੁੰਦੀ ਆ, ਆਪਾਂ ਨੂੰ ਇਹ ਪਤਾ ਆ ਕਿ ਸੋਲੋ ਮਾਡਲ ਦੇ ਵਿੱਚ ਸਾਰੇ ਸੇਵਰਸ, ਸੇਵਿੰਗ ਕਰਨ ਵਾਲੇ, ਉਹ ਕੀ ਹੁੰਦੇ ਆ, ਇਨਵੈਸਟਰਸ। ਇਹਦਾ ਮਤਲਬ ਸੇਵਿੰਗ ਇਜ਼ ਇਕੁਅਲ ਟੂ ਇਨਵੈਸਟਮੈਂਟ। ਸੇਵਿੰਗ ਕਿਹਦੇ ਬਰਾਬਰ ਹੁੰਦੀ ਆ ਬਈ, ਇਨਵੈਸਟਮੈਂਟ ਦੇ ਬਰਾਬਰ। ਹੁਣ ਜਦੋਂ ਸੇਵਿੰਗ ਇਨਵੈਸਟਮੈਂਟ ਦੇ ਬਰਾਬਰ ਆ, ਇਹਦਾ ਮਤਲਬ ਜੇ ਆਪਾਂ ਆਹ ਵਾਲੀ ਆਈ ਜਿਹੜੀ ਆ ਇਸ ਇਕੁਏਸ਼ਨ 'ਚ ਪੁੱਟ ਕਰ ਦਈਏ, ਆਹ ਐਸ ਦੀ ਜਗ੍ਹਾ ਤੇ ਆਈ ਲਿਖ ਦਈਏ, ਤੇ ਕੀ ਬਣ ਗਿਆ ਤੁਹਾਡੇ ਕੋਲ, ਆਈ ਇਜ਼ ਇਕੁਅਲ ਟੂ ਐਸ ਵਾਈ। ਕਲੀਅਰ ਆ। ਜਾਂ ਐਸ ਵਾਈ ਇਜ਼ ਇਕੁਅਲ ਟੂ ਆਈ। ਸਮਝ ਗਏ ਗੱਲ ਨੂੰ। ਕਲੀਅਰ ਆ। ਆਹ ਫੰਕਸ਼ਨ ਆ ਐਸ ਇਜ਼ ਇਕੁਅਲ ਟੂ ਸਮਾਲ ਐਸ ਵਾਈ। ਇਹਦੇ ਵਿੱਚ ਆਹ ਵਾਲੇ ਐਸ ਦਾ ਆਪਾਂ ਨੂੰ ਮਤਲਬ ਪਹਿਲਾਂ ਹੀ ਪਤਾ ਆ, ਇਹ ਵਾਲਾ ਐਸ ਕਿਹਨੂੰ ਰਿਪਰੈਜ਼ੈਂਟ ਕਰਦਾ ਆ, ਇਨਵੈਸਟਮੈਂਟ ਨੂੰ, ਯਾਨੀ ਕਿ ਐਸ ਕਿਹਦੇ ਬਰਾਬਰ ਹੁੰਦਾ ਹੈ, ਇਨਵੈਸਟਮੈਂਟ ਦੇ ਬਰਾਬਰ। ਸੇਵਿੰਗ ਇਜ਼ ਇਕੁਅਲ ਟੂ ਇਨਵੈਸਟਮੈਂਟ। ਹੁਣ ਇਸ ਐਸ ਦੀ ਜਗ੍ਹਾ ਤੇ ਆਪਾਂ ਕੀ ਪੁੱਟ ਕਰਤਾ, ਆਈ। ਆਹ ਵਾਲਾ ਆਈ ਇਸ ਜਗ੍ਹਾ ਤੇ ਪੁੱਟ ਕਰਤਾ। ਜੋ ਪੁੱਟ ਕੀਤਾ ਬਣ ਗਿਆ ਆਈ ਇਜ਼ ਇਕੁਅਲ ਟੂ ਐਸ ਵਾਈ, ਜਾਂ ਐਸ ਵਾਈ ਇਜ਼ ਇਕੁਅਲ ਟੂ ਆਈ। ਕਲੀਅਰ। ਹੁਣ ਤੁਹਾਨੂੰ ਇਹ ਪਤਾ ਆ ਜਿਹੜਾ ਇਨਵੈਸਟਮੈਂਟ ਆ, ਇਨਵੈਸਟਮੈਂਟ ਕੀ ਚੀਜ਼ ਹੁੰਦੀ ਆ, ਤੁਹਾਨੂੰ ਪਤਾ ਹੀ ਆ। ਇਨਵੈਸਟਮੈਂਟ ਕਿਹਦੇ ਬਰਾਬਰ ਹੁੰਦੀ ਆ ਬਈ, ਇਨਵੈਸਟਮੈਂਟ ਹੁੰਦੀ ਆ ਤੁਹਾਡੇ ਕੋਲ ਚੇਂਜ ਇਨ ਕੈਪੀਟਲ ਸਟਾਕ, ਯਾਨੀ ਕਿ ਇਨਵੈਸਟਮੈਂਟ ਕਿਹਦੇ ਬਰਾਬਰ ਆਪਾਂ ਗਿਣਦੇ ਆ, ਡੈਲਟਾ ਕੇ ਦੇ ਬਰਾਬਰ। ਆ ਜਿਹੜੀ ਆਈ ਆ ਇਹ ਕਿਹਦੇ ਬਰਾਬਰ ਆ, ਡੈਲਟਾ ਕੇ। ਹੁਣ ਐਸ ਵਾਈ, ਇਸ ਆਈ ਦੀ ਜਗ੍ਹਾ ਤੇ ਕੀ ਪੁੱਟ ਕਰਤਾ ਮੈਂ, ਡੈਲਟਾ ਕੇ, ਯਾਨੀ ਕਿ ਆ ਜਿਹੜੀ ਚੀਜ਼ ਆ ਇਹਨੂੰ ਮੈਂ ਇੱਥੇ ਪੁੱਟ ਕਰਤਾ। ਕਲੀਅਰ ਹੈ। ਜੇ ਤੁਹਾਨੂੰ ਇੱਥੇ ਤੱਕ ਸਮਝ ਲੱਗ ਗਿਆ ਆ, ਇਹਦਾ ਮਤਲਬ ਤੁਹਾਡਾ ਕਾਫੀ ਹੱਦ ਤੱਕ ਕੰਮ ਖਤਮ ਆ ਆਹ ਵਾਲੀ ਜਗ੍ਹਾ ਤੱਕ। ਕਲੀਅਰ ਹੈ। ਐਸ ਵਾਈ ਇਜ਼ ਇਕੁਅਲ ਟੂ ਡੈਲਟਾ ਕੇ। ਹੁਣ ਇਸ ਇਕੁਏਸ਼ਨ ਦੇ ਵਿੱਚ ਜਿਹੜਾ ਡੈਲਟਾ ਕੇ ਆ, ਦੇਖੋ ਜੇ ਮੈਂ ਇੱਥੇ ਲਿਖਵਾਂ 5 ਮਲਟੀਪਲਾਈਡ ਬਾਏ 7 ਡਿਵਾਈਡਡ ਬਾਏ 7, ਕੋਈ ਚੇਂਜ ਆਈ, 5 ਤੇ 5 ਹੀ ਰਿਹਾ। ਇਹਦਾ ਮਤਲਬ 5 ਨੂੰ 7 ਨਾਲ ਮਲਟੀਪਲਾਈ ਕਰਤਾ, 7 ਨਾਲ ਡਿਵਾਈਡ ਕਰਤਾ, ਇਹਦਾ ਮਤਲਬ ਕੋਈ ਵੀ ਇਫੈਕਟ ਨਹੀਂ ਪਿਆ। ਜੇ ਨਹੀਂ ਪਿਆ ਇਹਦਾ ਮਤਲਬ ਇਹ ਹੋਇਆ ਕਿ ਤੁਹਾਡੇ ਕੋਲ ਜਿਹੜੀ ਚੀਜ਼ ਆਈ ਆ, ਦੇਖੋ ਜਿਹੜਾ ਮੈਂ ਕੰਸੈਪਟ ਕਰਦਾ ਪਿਆ ਸੀ, ਆਹ ਵਾਲਾ ਡੈਲਟਾ ਕੇ, ਆਹ ਵਾਲੀ ਜਗ੍ਹਾ ਤੇ ਪਹੁੰਚੇ ਸੀ ਆਪਾਂ। ਡੈਲਟਾ ਕੇ ਨੂੰ ਆਪਾਂ ਕੇ ਨਾਲ ਹੀ ਮਲਟੀਪਲਾਈ ਕਰਤਾ ਤੇ ਕੇ ਨਾਲ ਹੀ ਕੀ ਕਰਤਾ, ਡਿਵਾਈਡ। ਡੈਲਟਾ ਕੇ ਸਮਝ ਲਓ 5 ਆ, ਕੇ 7 ਨਾਲ ਹੀ ਮਲਟੀਪਲਾਈ ਕਰਤਾ, 7 ਨਾਲ ਹੀ ਡਿਵਾਈਡ ਕਰਤਾ, ਜਿਹੜੀ ਮੈਂ ਐਗਜ਼ਾਮਪਲ ਦਿੰਦਾ ਪਿਆ ਸੀ। ਆਹ ਡੈਲਟਾ ਕੇ ਨੂੰ ਕੇ ਨਾਲ ਡਿਵਾਈਡ ਕਰਤਾ, ਕੇ ਨਾਲ ਮਲਟੀਪਲਾਈ ਕਰਤਾ। ਕਲੀਅਰ ਹੈ। ਹੁਣ ਜਿਹੜਾ ਡੈਲਟਾ ਕੇ ਓਵਰ ਕੇ ਆ, ਆਹ ਵਾਲਾ ਡੈਲਟਾ ਕੇ ਓਵਰ ਕੇ, ਡੈਲਟਾ ਕੇ ਓਵਰ ਕੇ ਜਿਹੜਾ ਆ ਇਹਨੂੰ ਆਪਾਂ ਕੀ ਮੰਨ ਲਿਆ ਆ, ਆ ਦੇਖੋ ਬਈ ਡੈਲਟਾ ਕੇ ਓਵਰ ਕੇ, ਡੈਲਟਾ ਕੇ ਓਵਰ ਕੇ ਜੇ ਤੁਸੀਂ ਪਿਛਲੀ ਇਕੁਏਸ਼ਨ ਤੇ ਨਜ਼ਰ ਮਾਰੋ, ਡੈਲਟਾ ਕੇ ਓਵਰ ਕੇ ਕਿਹਦੇ ਬਰਾਬਰ ਸੀ, ਡੈਲਟਾ ਐਲ ਓਵਰ ਐਲ। ਇਹਦਾ ਮਤਲਬ ਡੈਲਟਾ ਕੇ ਓਵਰ ਕੇ ਦੀ ਜਗ੍ਹਾ ਤੇ ਆਪਾਂ ਪੁੱਟ ਕਰਤਾ ਡੈਲਟਾ ਐਲ ਓਵਰ ਐਲ। ਵੈਸੇ ਮੈਂ ਸਾਹਮਣੇ ਲਿਖਿਆ ਹੈ ਸਾਰਾ ਕੁਝ, ਪਰ ਫੇਰ ਵੀ ਜੇ ਤੁਹਾਨੂੰ ਦਿੱਕਤ ਆਵੇ ਤਾਂ ਇਹ ਆ ਗਿਆ ਡੈਲਟਾ ਐਲ ਓਵਰ ਐਲ। ਹੁਣ ਡੈਲਟਾ ਐਲ ਓਵਰ ਐਲ ਜਦੋਂ ਇਹਦੇ 'ਚ ਪੁੱਟ ਕੀਤਾ ਇਸ ਜਗ੍ਹਾ ਤੇ, ਇਹ ਬਣ ਗਿਆ ਸਮਾਲ ਐਸ ਵਾਈ ਇਜ਼ ਇਕੁਅਲ ਟੂ ਕੇ ਡੈਲਟਾ ਐਲ ਓਵਰ ਐਲ। ਕਲੀਅਰ। ਹੁਣ ਡੈਲਟਾ ਐਲ ਓਵਰ ਐਲ ਇਹ ਕੀ ਹੁੰਦਾ ਆ, ਗਰੋਥ ਰੇਟ ਆਫ ਲੇਬਰ ਫੋਰਸ। ਗਰੋਥ ਰੇਟ ਆਫ ਲੇਬਰ ਫੋਰਸ ਮੈਂ ਹੁਣੇ ਗੱਲ ਕੀਤੀ ਸੀ।
ਗਰੋਥ ਰੇਟ ਆਫ ਲੇਬਰ ਫੋਰਸ ਨੂੰ ਆਪਾਂ ਇਕਨੋਮਿਕਸ ਦੇ ਵਿੱਚ ਕਿਹਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ? ਸਮੌਲ n ਦੇ ਨਾਲ। ਆਹ ਜਿਹੜੀ ਚੀਜ਼ ਲਿਖੀ ਆ ਤੁਸੀਂ, ਇਹ ਕਿਹਦੇ ਬਰਾਬਰ ਹੁੰਦੀ ਆ? ਸਮੌਲ n ਦੇ ਬਰਾਬਰ। ਹੁਣ ਸਮੌਲ n ਨਾਲ ਕੀ ਆ ਗਿਆ? k। ਇੱਥੇ ਤੱਕ ਕਲੀਅਰ ਆ? ਹੁਣ ਤੁਹਾਨੂੰ ਇਹ ਪਤਾ ਹੈ ਨਿਓ ਕਲਾਸੀਕਲ ਮਾਡਲ ਦੇ ਵਿੱਚ ਆਪਾਂ ਟਰਮਸ ਨੂੰ ਕਾਹਦੇ 'ਚ ਕਰਦੇ ਹਾਂ? ਇਨ ਕੈਪੀਟਾ ਫਾਰਮ ਟਰਮਸ ਦੇ ਵਿੱਚ, ਪਰ ਕੈਪੀਟਾ ਟਰਮਸ ਦੇ ਵਿੱਚ। ਪਰ ਕੈਪੀਟਾ ਮਤਲਬ ਡਿਵਾਈਡਡ ਬਾਈ l। ਆ y ਵੀ l ਨਾਲ ਡਿਵਾਈਡ ਹੋ ਗਿਆ, ਆ k ਵੀ l ਨਾਲ ਡਿਵਾਈਡ ਹੋ ਗਿਆ। y ਨੂੰ ਵੀ l ਨਾਲ ਡਿਵਾਈਡ ਕਰਤਾ ਤੇ ਤੁਸੀਂ k ਨੂੰ ਵੀ l ਨਾਲ ਡਿਵਾਈਡ ਕਰਤਾ। ਜਦੋਂ y ਨੂੰ l ਨਾਲ ਡਿਵਾਈਡ ਕੀਤਾ, k ਨੂੰ l ਨਾਲ ਡਿਵਾਈਡ ਕੀਤਾ, ਇਹ ਬਣ ਗਿਆ small sy is equal to n small k। small y is equal to n small k। ਇਹਦਾ ਮਤਲਬ ਜਿਹੜੀ ਇਹ ਇਕੁਏਸ਼ਨ ਆਈ ਆ ਤੁਹਾਡੇ ਕੋਲ, ਇਹ ਇਕੁਏਸ਼ਨ ਕਿਹੜੀ ਆਈ ਆ? ਇਹ ਇਕੁਏਸ਼ਨ ਕਿਹੜੀ ਆਈ ਆ ਵੀ ਤੁਹਾਡੇ ਕੋਲ? ਇਹ ਆ ਗਈ ਤੁਹਾਡੇ ਕੋਲ ਉਹ ਵਾਲੀ ਇਕੁਏਸ਼ਨ ਜਿਹਨੇ ਤੁਹਾਡਾ ਹੈਲਪ ਕਰਨੀ ਆ ਅਗਲੀ ਡਾਇਗਰਾਮ ਦੇ ਵਿੱਚ। ਹੁਣ ਇਹ ਹੁੰਦੀ ਕੀ ਹੈ? ਤੁਹਾਨੂੰ ਯਾਦ ਹੈ ਇੱਕ ਮੈਂ ਪ੍ਰੋਡਕਸ਼ਨ ਫੰਕਸ਼ਨ ਦੇ ਵਿੱਚ ਇਕੁਏਸ਼ਨ ਲਿਖੀ ਸੀ, ਪ੍ਰੋਡਕਸ਼ਨ ਫੰਕਸ਼ਨ ਦੇ ਵਿੱਚ ਆਹ ਵਾਲੀ ਇਕੁਏਸ਼ਨ। ਇਹ ਜਿਹੜੀ ਇਕੁਏਸ਼ਨ ਆ ਇਹ ਕਿਹਨੂੰ ਡੀਲ ਕਰਦੀ ਆ? ਇਹ ਡੀਲ ਕਰਦੀ ਸੀ ਆਪਾਂ ਨੂੰ ਉਹ ਵਾਲੀ ਚੀਜ਼ ਜਿਹੜੀ ਪ੍ਰੋਡਕਸ਼ਨ ਫੰਕਸ਼ਨ, ਯਾਨੀ ਕਿ ਇਕੋਨਮੀ ਦਾ ਪੋਟੈਂਸ਼ੀਅਲ ਕਿੰਨਾ ਆ, ਕਿ ਇਸ ਹੱਦ ਤੱਕ ਉਹ ਆਪਣੇ ਆਪ ਨੂੰ ਲੈ ਕੇ ਜਾ ਸਕਦੀ ਆ ਜੇ ਫੁੱਲ ਰਿਸੋਰਸਿਸ ਨੂੰ ਆਪਾਂ ਯੂਟਿਲਾਈਜ਼ ਕਰੀਏ। ਤੇ ਫੁੱਲ ਰਿਸੋਰਸਿਸ ਇੱਕ ਕੈਪੀਟਲ ਤੇ ਇੱਕ ਲੇਬਰ। ਆਹ ਵਾਲੀ ਇਕੁਏਸ਼ਨ ਕੀ ਰਿਪਰੈਜ਼ੈਂਟ ਕਰਦੀ ਆ ਕਿ ਜਿਹੜੀ ਤੁਹਾਡੀ ਇਕੁਏਸ਼ਨ ਦੇ ਵਿੱਚ ਐਸ ਵਾਈ ਆ, ਸੇਵਿੰਗ ਐਨ ਕੇ, ਸੌਰੀ ਐਨ ਕੇ ਕਿਹਨੂੰ ਰਿਪਰੈਜ਼ੈਂਟ ਕਰਦਾ ਆ? ਐਨ ਕੇ ਰਿਪਰੈਜ਼ੈਂਟ ਕਰਦਾ ਆ ਉਸ ਰਿਕੁਆਇਰਡ ਇਨਵੈਸਟਮੈਂਟ ਨੂੰ ਜਿਹੜੀ ਇਕੋਨਮੀ ਲਈ ਜ਼ਰੂਰੀ ਆ, ਜਿਹਦੇ ਤੇ ਸਟੱਡੀ ਸਟੇਟ ਇਕੁਇਲਿਬਰੀਅਮ ਮਿਲਦਾ ਹੈ। ਤੇ ਐਸ ਵਾਈ ਕੀ ਆ? ਸੇਵਿੰਗ ਰੇਟ। ਸੇਵਿੰਗ ਕਿਤੇ ਡਿਪੈਂਡ ਕਰਦੀ ਆ? ਇਨਵੈਸਟਮੈਂਟ ਤੇ। ਇਨਵੈਸਟਮੈਂਟ ਇਕੋਨਮੀ ਕਿੰਨੀ ਕਰ ਸਕਦੀ ਆ? ਜਿਹੜੀ ਪ੍ਰੋਡਕਸ਼ਨ ਫੰਕਸ਼ਨ ਆ। ਇਹਦਾ ਮਤਲਬ ਹੁਣ ਤੁਹਾਡੇ ਕੋਲ ਤਿੰਨ ਇਕੁਏਸ਼ਨਸ ਆ। ਇੱਕ ਤੁਹਾਡੇ ਕੋਲ ਫਸਟ ਜਿਹੜੀ ਪ੍ਰੋਡਕਸ਼ਨ ਫੰਕਸ਼ਨ ਵਾਲੀ ਆ, ਇੱਕ ਤੁਹਾਡੇ ਕੋਲ ਐਨ ਕੇ ਆ ਜਿਹਨੂੰ ਆਪਾਂ ਰਿਕੁਆਇਰਡ ਇਨਵੈਸਟਮੈਂਟ ਕਹਿੰਦੇ ਆ, ਇੱਕ ਹੁੰਦੀ ਆ ਐਸ ਵਾਈ ਜਿਹਨੂੰ ਆਪਾਂ ਸੇਵਿੰਗ ਫੰਕਸ਼ਨ ਕਹਿੰਦੇ ਆ। ਕਲੀਅਰ ਹੈ? ਹੁਣ ਐਸ ਵਾਈ ਇਜ਼ ਇਕੁਅਲ ਟੂ ਐਨ ਕੇ ਜਿਹੜੀ ਪਿੱਛੇ ਇਕੁਏਸ਼ਨ ਲਿਖੀ ਹੈ, ਇਹ ਫੰਡਾਮੈਂਟਲ ਗਰੋਥ ਇਕੁਏਸ਼ਨ ਆ ਕੇਸੀ ਦੀ ਨਿਓ ਕਲਾਸੀਕਲ ਗਰੋਥ ਮਾਡਲ ਜਿਹੜਾ ਸੋਲੋ ਨੇ ਦਿੱਤਾ ਆ। ਇਹ ਕੀ ਰਿਪਰੈਜ਼ੈਂਟ ਕਰਦੀ ਆ? ਸਟੇਟਸ ਦਾ ਕੰਡੀਸ਼ਨ ਫਾਰ ਸਟੱਡੀ ਸਟੇਟ ਗਰੋਥ ਰੇਟ। ਇਹ ਤੁਹਾਡੀ ਆਈਡੀਅਲ ਇਕੁਏਸ਼ਨ ਆ ਜਿਹਨੇ ਤੁਹਾਡੀ ਹੈਲਪ ਕਰਨੀ ਆ ਸੋਲੋ ਮਾਡਲ ਦੇ ਵਿੱਚ। ਕਲੀਅਰ ਹੈ? ਹੁਣ ਇਹ ਆਪਾਂ ਤਿੰਨ ਚੀਜ਼ਾਂ ਪੜ੍ਹਦੇ ਪਏ ਆ, ਇਹਦੇ ਵਿੱਚ ਇੱਕ ਐਨ ਕੇ ਆ, ਇੱਕ ਐਸ ਵਾਈ ਆ। ਜਿਹੜਾ ਐਨ ਕੇ ਆ ਮੈਂ ਤੁਹਾਨੂੰ ਪਹਿਲਾਂ ਹੀ ਇੱਕ ਸਿੰਪਲ ਲੇਮੈਨ ਲੈਂਗੁਏਜ ਦੇ ਵਿੱਚ ਗੱਲ ਕਰਦਾ ਪਿਆ। ਐਨ ਕੇ ਰਿਪਰੈਜ਼ੈਂਟ ਕੀ ਕਰਦੀ ਆ? ਰਿਕੁਆਇਰਡ ਇਨਵੈਸਟਮੈਂਟ, ਜਿਹੜੀ ਇਕੋਨਮੀ ਲਈ ਜ਼ਰੂਰੀ ਆ, ਜਿੱਥੇ ਇਕੋਨਮੀ ਆਪਣੇ ਆਪ ਨੂੰ ਲੈ ਕੇ ਜਾਊਗੀ ਤੇ ਸੌਖੀ ਰਹੂਗੀ, ਇਕੋਨਮੀ ਅੱਗੇ ਵਧੂਗੀ ਉਹਦੇ ਨਾਲ। ਤੇ ਦੂਜੇ ਪਾਸੇ ਐਸ ਵਾਈ ਜਿਹੜੀ ਆ ਉਹ ਕਿਹਨੂੰ ਰਿਪਰੈਜ਼ੈਂਟ ਕਰਦੀ ਆ? ਉਹ ਸੇਵਿੰਗ ਫੰਕਸ਼ਨ ਆ ਜਿਹੜਾ ਸ਼ੋ ਕਰਦਾ ਪਿਆ ਆ ਕਿ ਤੁਹਾਡਾ ਇਕੋਨਮੀ 'ਚ ਇਨਵੈਸਟਮੈਂਟ ਜਿੰਨੀ ਹੋਊਗੀ ਉਹਦੇ ਅਕੋਰਡਿੰਗਲੀ ਹੀ ਸੇਵਿੰਗ ਫੰਕਸ਼ਨ ਕੰਮ ਕਰਦਾ ਹੈ। ਕਲੀਅਰ? ਅੱਛਾ, ਆਹ ਰਿਕੁਆਇਰਡ ਇਨਵੈਸਟਮੈਂਟ ਕੀ ਇਨਸ਼ੋਰ ਕਰਦੀ ਆ? ਸਟੱਡੀ ਸਟੇਟ ਵੈਨ ਕੈਪੀਟਲ ਐਂਡ ਇਨਕਮ ਮਸਟ ਬੀ ਗਰੋਇੰਗ ਐਟ ਦਾ ਸੇਮ ਰੇਟ ਐਜ਼ ਲੇਬਰ ਫੋਰਸ। ਇਹ ਲਾਈਨ ਦਾ ਭੁਲੇਖਾ ਨਾ ਖਾਇਓ, ਡੈਲਟਾ ਵਾਈ ਓਵਰ ਵਾਈ ਇਜ਼ ਇਕੁਅਲ ਟੂ ਡੈਲਟਾ ਕੇ ਓਵਰ ਕੇ ਇਜ਼ ਇਕੁਅਲ ਟੂ ਡੈਲਟਾ ਐਲ ਓਵਰ ਐਲ। ਉਹੀ ਲਾਈਨ ਦਾ ਮਤਲਬ। ਇਹ ਤੱਕ ਮੇਰੇ ਖਿਆਲ ਨਾਲ ਤੁਹਾਨੂੰ ਕਾਫੀ ਹੱਦ ਤੱਕ ਕਲੀਅਰ ਹੋਇਆ ਹੋਣਾ। ਹੁਣ ਆ ਗਈ ਇਹਦੀ ਡਾਇਗਰਾਮੈਟਿਕ ਰਿਪਰੈਜ਼ੈਂਟੇਸ਼ਨ। ਡਾਇਗਰਾਮੈਟਿਕ ਰਿਪਰੈਜ਼ੈਂਟੇਸ਼ਨ ਦੇ ਵਿੱਚ ਬੜੇ ਧਿਆਨ ਨਾਲ ਪੜ੍ਹਿਓ। ਦੇਖੋ ਤਿੰਨ ਚੀਜ਼ਾਂ ਆ ਤੁਹਾਡੇ ਕੋਲ ਡਾਇਗਰਾਮੈਟਿਕ ਰਿਪਰੈਜ਼ੈਂਟੇਸ਼ਨ 'ਚ। ਇੱਕ ਆਪਾਂ ਇਕੁਏਸ਼ਨ ਲਿਖੀ ਆ ਡੈਲਟਾ ਵਾਈ ਇਜ਼ ਇਕੁਅਲ ਟੂ ਐਫ ਕੇ, ਦੂਜੀ ਇਕੁਏਸ਼ਨ ਹੈਗੀ ਆ ਐਨ ਕੇ, ਤੇ ਤੀਜੀ ਇਕੁਏਸ਼ਨ ਹੈਗੀ ਆ ਐਸ ਵਾਈ। ਕਲੀਅਰ? ਅੱਛਾ, ਉਸ ਤੋਂ ਬਾਅਦ ਤੁਹਾਡੇ ਕੋਲ ਜਿਹੜੀ ਚੀਜ਼ ਆਉਂਦੀ ਆ ਉਹ ਕੀ ਆਉਂਦੀ ਆ? ਉਹ ਕੀ ਚੀਜ਼ ਆਉਂਦੀ ਪਈ ਆ? ਐਕਸ ਐਕਸਿਸ ਤੇ ਤੁਹਾਡੇ ਕੋਲ ਹੈਗੀ ਆ ਕੈਪੀਟਲ ਪਰ ਲੇਬਰ, ਇਹ ਵਾਈ ਐਕਸਿਸ ਤੇ ਹੈਗੀ ਆ ਆਊਟਪੁੱਟ ਪਰ ਲੇਬਰ ਵਾਈ ਓਵਰ ਐਲ। ਇਹ ਸਮਾਲ ਵਾਈ ਆ, ਇਹ ਸਮਾਲ ਕੇ। ਆ ਵਾਈ ਕੈਪੀਟਲ ਨਾ ਸਮਝ ਲਿਓ, ਇਹ ਸਮਾਲ ਵਾਈ ਆ। ਸਭ ਤੋਂ ਪਹਿਲਾਂ ਜਿਹੜੀ ਇਕੁਏਸ਼ਨ ਦੀ ਗੱਲ ਕੀਤੀ ਆ ਉਹ ਕਿਸ ਇਕੁਏਸ਼ਨ ਦੀ ਗੱਲ ਕਰਦੇ ਪਏ ਆਪਾਂ? y is equal to ਐਫ ਕੇ ਪ੍ਰੋਡਕਸ਼ਨ ਫੰਕਸ਼ਨ। ਉਹ ਤੋਂ ਲੈ ਕੇ ਆ ਜਿਹੜੀ ਸਾਰੀ ਲਾਈਨ ਆ ਇਹ ਕਿਹਨੂੰ ਰਿਪਰੈਜ਼ੈਂਟ ਕਰਦੀ ਆ? ਪ੍ਰੋਡਕਸ਼ਨ ਫੰਕਸ਼ਨ। ਆ ਜਿਹੜੀ ਲਾਈਨ ਤੁਹਾਨੂੰ ਇਹਦਾ ਤੇ ਪਤਾ ਲੱਗ ਹੀ ਗਿਆ ਬਈ ਲਾਈਨ ਦਾ, ਇਹ ਲਾਈਨ ਕਿਹਨੂੰ ਰਿਪਰੈਜ਼ੈਂਟ ਕਰਦੀ ਆ? ਪ੍ਰੋਡਕਸ਼ਨ ਫੰਕਸ਼ਨ। ਆ ਲਾਈਨ ਸਾਰੀ ਕਲੀਅਰ ਹੈ? ਹੁਣ
ਉਸ ਤੋਂ ਬਾਅਦ ਤੁਹਾਡੇ ਕੋਲ ਕੀ ਆ ਗਿਆ ਆ, ਇਹਦੇ ਤੋਂ ਬਾਅਦ ਉਸ ਤੋਂ ਬਾਅਦ ਆ ਗਈ ਤੁਹਾਡੇ ਕੋਲ ਆ ਜੇ ਪ੍ਰੋਡਕਸ਼ਨ ਫੰਕਸ਼ਨ ਆ, ਯਾਨੀ ਕਿ ਇਕੋਨਮੀ ਇਸ ਪੋਟੈਂਸ਼ੀਅਲ ਤੱਕ ਲੈ ਕੇ ਜਾ ਸਕਦੇ ਆ, ਪ੍ਰੋਡਕਸ਼ਨ ਇਸ ਲੈਵਲ ਤੱਕ ਹੋ ਸਕਦੀ ਹੈ। ਇਹ ਵਾਈ ਆ, ਵਾਈ ਕਿਹਨੂੰ ਰਿਪਰੈਜ਼ੈਂਟ ਕਰਦੇ, ਇਨਕਮ, ਯਾਨੀ ਕਿ ਇਨਕਮ ਇਸ ਜਗ੍ਹਾ ਤੇ ਆ। ਹੁਣ ਇਨਕਮ ਦੇ ਵਿੱਚੋਂ ਹੀ ਸੇਵਿੰਗ ਹੋਣੀ ਆ ਹੈਗੀ ਆ ਇਨਕਮ, ਇਹਦੇ ਵਿੱਚੋਂ ਕੁਛ ਹਿੱਸਾ ਤੁਸੀਂ ਸੇਵ ਕੀਤਾ, ਉਹ ਸੇਵ ਜਿਹੜਾ ਕੀਤਾ ਆ ਉਹ ਕੀ ਕੀਤਾ ਆਪਾਂ ਵੀ, ਜਿਹੜਾ ਸੇਵ ਕੀਤਾ ਉਹ ਕਿਹੜਾ ਆ ਤੁਹਾਡੇ ਕੋਲ ਆਹ ਵਾਲਾ ਹਿੱਸਾ, ਯਾਨੀ ਕਿ ਆਹ ਜਿਹੜੀ ਲਾਈਨ ਬਿਲਕੁਲ ਇਹਦੇ ਵਰਗੀ ਨੀਚੇ ਹੋਣੀ ਪਈ ਆ। ਜੇ ਆਹ ਟੋਟਲ ਇਨਕਮ ਆ ਤੇ ਉਹਦੇ ਵਿੱਚੋਂ ਕੁਛ ਹਿੱਸਾ ਸੇਵ ਕੀਤਾ, ਉਹ ਵੀ ਉਸੇ ਫਾਰਮ ਦੇ ਵਿੱਚ ਬਣਿਆ। ਸਾਰੀ ਇਨਕਮ ਸੇਵ ਨਹੀਂ ਨਾ ਕਰ ਸਕਦੇ, ਕੁਛ ਕੰਜ਼ਿਊਮ ਵੀ ਤੇ ਕਰੋਗੇ ਨਾ। ਇਨਕਮ ਦੇ ਵਿੱਚੋਂ ਕੁਛ ਹਿੱਸਾ ਤੁਸੀਂ ਸੇਵ ਕੀਤਾ, ਜਿਹੜੀ ਸੇਵਿੰਗ ਆ ਆਹ ਵਾਲੀ ਚੀਜ਼ SY, ਇਹ ਕੀ ਆ, ਸੇਵਿੰਗ ਹੀ ਆਪਣੇ ਕੋਲ ਕੀ ਹੁੰਦੀ ਆ, ਇਨਵੈਸਟਮੈਂਟ। ਇਨਵੈਸਟਮੈਂਟ ਇਹ ਕਿਹੜੀ ਆ, ਜਿਹੜੀ ਐਕਚੁਅਲ ਇਕੋਨਮੀ ਦੇ ਵਿੱਚ ਹੋ ਰਹੀ ਆ। ਐਕਚੁਅਲ ਇਕੋਨਮੀ 'ਚ ਕਿਹੜੀ ਇਨਵੈਸਟਮੈਂਟ ਹੁੰਦੀ ਆ, ਜਿਹੜੀ ਲੋਕਾਂ ਨੇ ਸੇਵ ਕੀਤੀ ਆ। ਕਲੀਅਰ, ਆਹ ਜਿਹੜੀ ਲਾਈਨ ਆ ਉਹ ਤੋਂ SY, ਇਹ ਸੇਵਿੰਗ ਫੰਕਸ਼ਨ ਵੀ ਰਿਪਰੈਜ਼ੈਂਟ ਕਰਦਾ, ਇਹ ਕੀ ਰਿਪਰੈਜ਼ੈਂਟ ਕਰਦਾ, ਇਹ ਕੀ ਰਿਪਰੈਜ਼ੈਂਟ ਕਰਦਾ, ਐਕਚੁਅਲ ਇਨਵੈਸਟਮੈਂਟ। ਐਕਚੁਅਲ ਇਨਵੈਸਟਮੈਂਟ ਕੌਣ ਰਿਪਰੈਜ਼ੈਂਟ ਕਰਦਾ, SY। ਕਲੀਅਰ ਆ। ਉਸ ਤੋਂ ਬਾਅਦ ਆ ਜਾਓ ਥਰਡ ਆਪਣੇ ਕੋਲ ਕੀ ਸੀ ਰਿਪਰੈਜ਼ੈਂਟ ਕਰਨ ਨੂੰ, ਹੈਗਾ ਆ NK। ਕਲੀਅਰ ਹੈ, NK ਕੀ ਰਿਪਰੈਜ਼ੈਂਟ ਕਰਦਾ ਆ, ਉਹ ਵਾਲਾ ਲੈਵਲ ਜਿਹੜਾ ਇਕੋਨਮੀ ਲਈ ਨੈਸੈਸਰੀ ਹੈ, ਯਾਨੀ ਕਿ ਉਹ ਇਨਵੈਸਟਮੈਂਟ ਦਾ ਲੈਵਲ ਜਿਹੜਾ ਇਕੋਨਮੀ ਲਈ ਰਿਕੁਆਇਰਡ ਹੈ। ਇਕੋਨਮੀ ਇਸ ਪਾਥ ਜਿੰਨੀ ਵੀ ਇਨਵੈਸਟਮੈਂਟ ਕਰੂਗੀ ਤੇ ਹਮੇਸ਼ਾ ਕੀ ਹੋਊਗੀ, ਸਟੇਡੀ ਸਟੇਟ ਇਕੁਇਲਿਬਰੀਅਮ 'ਚ। ਦੇਖੋ ਆਹ NK ਆ ਇਨਵੈਸਟਮੈਂਟ, ਆਹ ਸੇਵਿੰਗ ਆ, ਸੇਵਿੰਗ ਇਹਦੇ ਬਰਾਬਰ ਹੁੰਦੀ ਇਨਵੈਸਟਮੈਂਟ ਦੇ। ਜੇ ਆਹ ਵਾਲੀ ਲਾਈਨ ਜਿਹੜੀ ਆਪਾਂ ਆਹ SY ਵਾਲੀ ਆ, ਜੇ ਇਕੋਨਮੀ ਇਸ ਲਾਈਨ ਦੇ ਨਾਲ ਚੱਲੂਗੀ ਤੇ ਕੀ ਰਹੂਗੀ, ਸਟੇਡੀ ਸਟੇਟ ਇਕੁਇਲਿਬਰੀਅਮ 'ਚ। ਜੇ ਉੱਪਰ ਥੱਲੇ ਹੋਊਗੀ ਤੇ ਪ੍ਰੋਬਲਮ ਆਊਗੀ, ਉਹਨੂੰ ਆਪਾਂ ਨੂੰ ਠੀਕ ਕਿੱਦਾਂ ਕਰਨਾ। ਤੁਹਾਨੂੰ ਇਹ ਤਿੰਨੇ ਲਾਈਨਾਂ ਦਾ ਸਮਝ ਲੱਗ ਗਿਆ। ਸਿੰਪਲ ਤਰੀਕੇ ਨਾਲ ਡਾਇਗਰਾਮ ਸਮਝਾਉਣ ਲਈ, ਆਹ ਹੈਗੀ ਆ ਤੁਹਾਡੇ ਕੋਲ ਇਕੋਨਮੀ ਦਾ ਪੋਟੈਂਸ਼ੀਅਲ, ਕਿੰਨੀ ਇਕੋਨਮੀ ਦੇ ਵਿੱਚ ਆਪਾਂ ਪ੍ਰੋਡਕਸ਼ਨ ਚਾਹੁੰਦੇ ਹਾਂ ਜਾਂ ਕਿੱਥੇ ਤੱਕ ਲੈ ਕੇ ਜਾ ਸਕਦੇ ਹਾਂ। NK ਰਿਪਰੈਜ਼ੈਂਟ ਕਰਦਾ ਆ ਰਿਕੁਆਇਰਡ ਇਨਵੈਸਟਮੈਂਟ ਲੈਵਲ ਫॉर ਅਚੀਵਿੰਗ ਦਾ ਸਟੱਡੀ ਸਟੇਟ ਗਰੋਥ ਪਾਥ। SY ਰਿਪਰੈਜ਼ੈਂਟ ਕਰਦਾ ਐਕਚੁਅਲ ਇਨਵੈਸਟਮੈਂਟ। ਕਲੀਅਰ ਆ। ਹੁਣ ਤੁਹਾਡੇ ਕੋਲ ਦੇਖੋ ਤਿੰਨ ਆ, ਇੱਕ K1 ਆ, ਇੱਕ K0 ਆ, ਜਾਂ K1 ਸਟਾਰ ਆ। ਕਲੀਅਰ ਹੈ। ਸਭ ਤੋਂ ਪਹਿਲਾਂ ਜਦੋਂ ਇਕੋਨਮੀ ਹੈਗੀ ਆ ਆਪਣੇ ਕੋਲ ਇਸ ਲੈਵਲ ਤੇ, ਯਾਨੀ ਕਿ K1 ਤੇ, ਇਸ ਜਗ੍ਹਾ ਤੇ ਜਦੋਂ ਇਕੋਨਮੀ ਆ, ਇਕੋਨਮੀ ਦੇ ਨਾਲ ਆਹ ਜਿਹੜੀ ਚੀਜ਼ ਆ, ਆਹ ਸੇਵਿੰਗ ਆ ਆਪਣੇ ਕੋਲ। ਕਲੀਅਰ ਆ। ਹੁਣ ਇਕੋਨਮੀ ਇਸ ਲੈਵਲ ਤੇ ਜਦੋਂ ਆਈ ਆ, ਕੈਪੀਟਲ ਕਿੰਨਾ ਲੱਗਾ ਆ ਪਰ ਲੇਬਰ ਦੇ ਉੱਤੇ, K1। ਉਸ ਕੈਪੀਟਲ ਲਗਾਉਣ ਦੇ ਨਾਲ ਇਸ ਪ੍ਰੋਡਕਸ਼ਨ ਫੰਕਸ਼ਨ ਦੇ ਇਸ ਪੁਆਇੰਟ ਤੇ ਪਹੁੰਚ ਗਈ ਆ। ਪ੍ਰੋਡਕਸ਼ਨ ਫੰਕਸ਼ਨ ਦੇ ਕਿਹੜੇ ਪੁਆਇੰਟ ਤੇ ਪਹੁੰਚ ਗਏ ਆਪਾਂ, ਇਸ ਜਗ੍ਹਾ ਤੇ। ਕਲੀਅਰ। ਇਸ ਜਗ੍ਹਾ ਤੇ ਪਹੁੰਚਣ ਦੇ ਨਾਲ ਇਸ ਇੰਨੀ ਪ੍ਰੋਡਕਸ਼ਨ ਹੋ ਰਹੀ, ਉਹਦੇ ਵਿੱਚੋਂ ਇੰਨੀ ਸੇਵਿੰਗ ਹੋ ਰਹੀ ਹੈ। ਕਲੀਅਰ। ਹੁਣ ਇੰਨੀ ਸੇਵਿੰਗ ਆ, ਇੰਨੀ ਆਪਾਂ ਕੈਪੀਟਲ ਦੇ ਉੱਤੇ ਉਹਦੇ ਤੇ ਲੇਬਰ ਦੇ ਉੱਤੇ ਕੈਪੀਟਲ ਲਗਾ ਰਹੇ ਹਾਂ। ਕਲੀਅਰ। ਹੁਣ ਇਸ ਜਗ੍ਹਾ ਤੇ ਜੇ ਤੁਸੀਂ ਥੋੜਾ ਜਿਹਾ ਗੌਰ ਕਰੋ, ਇਸ ਜਗ੍ਹਾ ਤੇ ਆਹ ਜਿਹੜਾ ਪੁਆਇੰਟ B ਆ, ਪੁਆਇੰਟ B ਕੀ ਸ਼ੋ ਕਰਦਾ ਪਿਆ, ਇਹ ਸ਼ੋ ਕਰਦਾ ਪਿਆ ਇਕੋਨਮੀ ਦੇ ਵਿੱਚ ਐਕਚੁਅਲ ਇਨਵੈਸਟਮੈਂਟ ਹੋ ਰਹੀ ਆ K ਤੋਂ ਲੈ ਕੇ B ਤੱਕ। ਸਮਝ ਗਏ। ਤੇ ਆਹ ਪੁਆਇੰਟ ਜਿਹੜਾ ਇੱਥੇ ਨਹੀਂ ਲਿਖਿਆ ਹੈਗਾ, ਇਹ ਸ਼ੋ ਕਰਦਾ ਕਿ ਰਿਕੁਆਇਰਡ ਕਿੰਨੀ ਆ, ਨੀਚੇ ਵਾਲਾ ਲੈਵਲ, ਐਕਚੁਅਲ ਕਿੰਨੀ ਹੋ ਰਹੀ ਆ, ਜ਼ਿਆਦਾ। ਯਾਨੀ ਕਿ KB ਆਪਣੀ ਐਕਚੁਅਲ ਹੋ ਰਹੀ ਆ। ਇੱਥੇ ਮੈਂ ਵੈਸੇ ਹੀ ਇੱਕ ਪੁਆਇੰਟ ਲਿਖ ਦਿੰਦਾ ਆ, ਸਪੋਜ਼ ਕਰੋ ਇੱਥੇ ਮੈਂ ਇਹਦਾ ਨਾਮ ਲਿਖ ਦਿੰਦੇ ਆਪਾਂ ਇੱਕ ਮਿੰਟ, ਜਿਹੜਾ ਇਹਦੇ ਤੇ ਆਪਾਂ ਇਹਦਾ ਨਾਮ ਲਿਖ ਦਈਏ, ਇਹਨੂੰ ਮੈਂ ਵੈਸੇ ਲਿਖ ਦਿੰਦਾ C। ਕਲੀਅਰ। ਇਹਦਾ ਮਤਲਬ KC ਜਿਹੜੀ ਆ ਇਹ ਰਿਕੁਆਇਰਡ ਸੀ, ਪਰ ਕੀਤੀ ਕਿੰਨੀ ਆ, KB। ਇਕੋਨਮੀ ਨੇ ਲੋੜ ਤੋਂ ਵੱਧ ਇਨਵੈਸਟਮੈਂਟ ਕਰਤੀ। ਹੁਣ ਜਦੋਂ ਇਨਵੈਸਟਮੈਂਟ ਜ਼ਿਆਦਾ ਹੋਊਗੀ, ਪ੍ਰੋਡਕਸ਼ਨ ਜ਼ਿਆਦਾ ਹੋਏਗੀ, ਪ੍ਰੋਡਕਸ਼ਨ ਜ਼ਿਆਦਾ ਹੋਊਗੀ, ਲੋਕਾਂ ਨੂੰ ਕੰਮ ਜ਼ਿਆਦਾ ਮਿਲੂਗਾ, ਕੰਮ ਜ਼ਿਆਦਾ ਮਿਲੂਗਾ, ਉਹਨਾਂ ਦੀ ਇਨਕਮ ਜ਼ਿਆਦਾ ਹੋਊਗੀ, ਇਨਕਮ ਜ਼ਿਆਦਾ ਹੋਊਗੀ, ਸੇਵਿੰਗ ਜ਼ਿਆਦਾ ਹੋਊਗੀ। ਮੈਨੂੰ ਇਹ ਦੱਸੋ, ਜਦੋਂ ਸੇਵਿੰਗ ਜ਼ਿਆਦਾ ਹੋਏਗੀ, ਇਨਵੈਸਟਮੈਂਟ ਦਾ ਅਗਲਾ ਲੈਵਲ ਆਏਗਾ, ਹੈਰਡੋਮਰ ਦੇ ਵਿੱਚ ਜਿੱਦਾਂ ਆਇਆ ਸੀ।
ਜਦੋਂ ਇਕੋਨਮੀ ਦੇ ਵਿੱਚ ਇਨਕਮ ਵੱਧ ਗਈ, ਸੇਵਿੰਗ ਵੱਧ ਗਈ, ਇਨਵੈਸਟਮੈਂਟ ਵੱਧ ਗਈ, ਇਹਦਾ ਮਤਲਬ ਇਕੋਨਮੀ ਕੀ ਕਰੂਗੀ, ਅੱਗੇ ਮੂਵ ਕਰੂਗੀ। ਆ ਜੇ ਤੁਸੀਂ ਦੇਖੋ ਐਰੋ ਅੱਗੇ ਜਾ ਰਹੇ ਨਾ ਵੀ, ਇਹਦਾ ਮਤਲਬ ਇਕੋਨਮੀ ਅੱਗੇ ਮੂਵ ਕਰ ਗਈ। ਇਕੋਨਮੀ ਅੱਗੇ ਮੂਵ ਕਰਨ ਦਾ ਮਤਲਬ ਇਕੋਨਮੀ ਉਦੋਂ ਤੱਕ ਵਧੀ ਜਾਊਗੀ ਜਦੋਂ ਤੱਕ ਕੀ ਹੋਏਗਾ, ਉਹ ਕਿਹੜੇ ਪਾਥ ਤੇ ਨਹੀਂ ਪਹੁੰਚ ਜਾਂਦੀ, ਇਸ ਜਗ੍ਹਾ ਤੇ। ਕਹਿਣ ਦਾ ਮਤਲਬ ਆਹ ਵਾਲੀ ਜਗ੍ਹਾ ਤੇ, ਜਿੱਥੇ ਦੋਨੇ ਬਰਾਬਰ ਹੈ। ਕਲੀਅਰ ਹੈ। ਹੁਣ ਜਦੋਂ ਤੁਸੀਂ ਇਸ ਜਗ੍ਹਾ ਤੇ ਜਾਓਗੇ, ਇਸ ਜਗ੍ਹਾ ਤੇ ਜਿਹੜਾ ਪ੍ਰੋਡਕਸ਼ਨ ਫੰਕਸ਼ਨ ਹੈ ਉਹ ਮੈਕਸਿਮਮ ਹੈ। ਦੇਖੋ ਇਸ ਪੁਆਇੰਟ ਤੋਂ ਉੱਪਰ ਕੋਈ ਪੁਆਇੰਟ ਨਹੀਂ ਮਿਲਣਾ, ਐਚ ਦੇ ਉੱਪਰ ਤੁਹਾਨੂੰ ਕੋਈ ਵੀ ਪੁਆਇੰਟ ਨਹੀਂ ਲੱਭਣਾ। ਇਹ ਹੈ ਕੁੱਲ ਜਗ੍ਹਾ ਦੇ ਉੱਤੇ ਕੰਮ ਕਰਦੀ। ਹੁਣ ਤੁਹਾਡੇ ਕੋਲ ਆ ਗਿਆ ਥੋੜਾ ਜਿਹਾ ਅਗਲਾ ਲੈਵਲ। ਮੈਂ ਹੁਣ ਕਿਉਂਕਿ ਇਕਲੀਬ੍ਰੀਅਮ ਦਾ ਆਪਾਂ ਸੜਕ ਦੇ ਸੱਜੇ ਪਾਸੇ ਖੱਬੇ ਪਾਸੇ ਉਤਰੇ, ਹੁਣ ਸੜਕ ਦੇ ਜਰਾ ਸੱਜੇ ਪਾਸੇ ਜਾਈਏ ਬੱਸ ਨੂੰ ਲੈ ਕੇ। ਬੱਸ ਕਿੱਦਾਂ ਵਾਪਸ ਆਊਗੀ? ਸਪੋਜ਼ ਕਰੋ ਆਪਾਂ ਇਕੋਨਮੀ ਦੇ ਵਿੱਚ ਇਸ ਜਗ੍ਹਾ ਤੇ ਆ ਗਏ, ਆ ਜਗ੍ਹਾ ਆਪਾਂ ਇਨਵੈਸਟਮੈਂਟ ਇੱਥੇ ਤੱਕ ਲੈ ਆਂਦੇ, ਯਾਨੀ ਕਿ ਆ ਜੇ K1 ਸਟਾਰ ਆ, K1 ਡਬਲ ਸਟਾਰ ਕਰ ਲਾਂਗੇ ਆਪਾਂ। ਕਲੀਅਰ ਹੈ। ਹੁਣ ਇਕੋਨਮੀ ਜਦੋਂ K1 ਸਟਾਰ ਤੇ ਸੀ ਤੇ ਆ ਜਗ੍ਹਾ ਤੇ ਪਹੁੰਚੇ। ਕਲੀਅਰ। ਇਸ ਜਗ੍ਹਾ ਤੇ ਪਹੁੰਚਣ ਦਾ ਮਤਲਬ ਆ ਆਪਾਂ ਜਿਹੜੀ ਇਨਵੈਸਟਮੈਂਟ ਆ ਉਹ ਇਨਵੈਸਟਮੈਂਟ ਕਿੰਨੀ ਕੀਤੀ ਆ ਇਸ ਜਗ੍ਹਾ ਤੋਂ। ਮੈਂ ਜਰਾ ਤੁਹਾਨੂੰ ਸ਼ੋ ਕਰ ਦਿੰਦਾ ਜੇ ਤੁਹਾਨੂੰ ਸਮਝ ਲੱਗ ਜੇ ਤੇ। ਇਸ ਜਗ੍ਹਾ ਤੇ ਚਲੋ ਪਹਿਲਾਂ ਇਹ ਦੇਖ ਲਈਏ। ਅੱਛਾ, ਇਸ ਜਗ੍ਹਾ ਤੇ ਜਦੋਂ ਤੁਸੀਂ ਪਹੁੰਚੇ ਹੋ, ਆ ਹੋਈ ਹੈ ਤੁਹਾਡੇ ਕੋਲ ਇਨਵੈਸਟਮੈਂਟ। ਗਲਤ ਹੋ ਗਈ ਨਾ ਲਾਈਨ? ਹਾਂਜੀ, ਆ ਜਗ੍ਹਾ ਤੇ ਇਨਵੈਸਟਮੈਂਟ ਹੋਈ ਇਸ ਜਗ੍ਹਾ ਤੱਕ। ਕਲੀਅਰ। ਇਸ ਜਗ੍ਹਾ ਤੱਕ ਜਦੋਂ ਇਨਵੈਸਟਮੈਂਟ ਕਰਾਂਗੇ, ਆ ਇੱਕ ਲੈਵਲ ਮੈਂ ਨਿਸ਼ਾਨ ਲਾ ਦਿੰਦਾ। ਉਸ ਤੋਂ ਬਾਅਦ ਇਕੋਨਮੀ ਦੇ ਵਿੱਚ ਆਪਾਂ ਕੈਪੀਟਲ ਵਧਾ ਦਿੱਤੀ। ਜੋ ਕੈਪੀਟਲ ਪਰ ਹੈਡ ਵਧੀ, ਆਪਾਂ ਇਸ ਪੁਆਇੰਟ ਤੇ ਆਏ, ਇਸ ਪੁਆਇੰਟ ਦਾ ਲੈਵਲ ਇਹਦੇ ਨਾਲ ਉੱਪਰ ਚਲ ਗਿਆ। ਹੁਣ ਇਹਦਾ ਮਤਲਬ ਇਹ ਹੋਇਆ ਹੁਣ ਰਿਕੁਆਇਰਡ ਇਨਵੈਸਟਮੈਂਟ ਜ਼ਿਆਦਾ ਆ, ਇਕੋਨਮੀ 'ਚ ਐਕਚੁਅਲ ਇਨਵੈਸਟਮੈਂਟ ਘੱਟ ਹੁੰਦੀ ਪਈ ਆ। ਜਦੋਂ ਰਿਕੁਆਇਰਡ ਜ਼ਿਆਦਾ ਹੋਊਗੀ, ਐਕਚੁਅਲ ਘੱਟ ਹੋਵੇ, ਇਹਦਾ ਮਤਲਬ ਇਕੋਨਮੀ ਦੇ ਵਿੱਚ ਕੰਮ ਲਈ ਲੋਕੀ ਜ਼ਿਆਦਾ ਬੈਠੇ ਆ ਪਰ ਉਹਨਾਂ ਨੂੰ ਕੰਮ ਨਹੀਂ ਮਿਲਦਾ ਪਿਆ, ਕਿਉਂਕਿ ਉਸ ਜਗ੍ਹਾ ਤੇ ਸੇਵਿੰਗ ਲੈਵਲ ਵੀ ਘੱਟ ਆ। ਸੇਵਿੰਗ ਘੱਟ ਹੋਊਗੀ, ਇਨਵੈਸਟਮੈਂਟ ਘਟੂਗੀ, ਇਨਵੈਸਟਮੈਂਟ ਘਟੂਗੀ, ਪ੍ਰੋਡਕਸ਼ਨ ਘਟੂਗੀ, ਪ੍ਰੋਡਕਸ਼ਨ ਘਟੂਗੀ ਤੇ ਇਨਕਮ ਘਟੂਗੀ, ਇਨਕਮ ਘਟੂਗੀ ਤੇ ਨੈਚੁਰਲੀ ਪ੍ਰੋਸੈਸ ਜਿਹੜਾ ਡਿਪਰੈਸ਼ਨ ਵੱਲ ਚੱਲਣਾ ਸ਼ੁਰੂ ਹੋ ਜਾਏਗਾ। ਇਹਦਾ ਮਤਲਬ ਇਕੋਨਮੀ ਅੱਗੇ ਨਹੀਂ ਜਾਊਗੀ, ਇਕੋਨਮੀ ਕਿੱਧਰ ਨੂੰ ਆਊਗੀ, ਬੈਕ ਨੂੰ ਆਊਗੀ। ਜਦੋਂ ਬੈਕ ਆਊਗੀ ਆਟੋਮੈਟਿਕਲੀ ਪੁਰਾਣਾ ਪੁਆਇੰਟ ਤੁਹਾਡਾ ਰੀਸਟੋਰ ਹੋਣਾ ਸ਼ੁਰੂ ਹੋ ਜਾਏਗਾ। ਉਹ ਪੁਆਇੰਟ ਤੁਹਾਡਾ ਤੁਹਾਨੂੰ ਪਹਿਲਾਂ ਹੀ ਪਤਾ ਆ, ਉਹ ਪੁਆਇੰਟ ਕਿਹੜਾ ਆ, ਆਹ ਵਾਲਾ। ਕਲੀਅਰ ਆ? ਆਹ ਵਾਲਾ ਪੁਆਇੰਟ ਤੁਹਾਡਾ ਦੁਬਾਰਾ ਤੋਂ ਰੀਸਟੋਰ ਹੋ ਜਾਏਗਾ। ਇਹ ਵਾਲੀ ਇਹ ਡਾਇਗਰਾਮ ਸੀ ਜਿਹੜੀ ਤੁਹਾਨੂੰ ਮੈਂ ਸਮਝਾਉਣੀ ਜ਼ਰੂਰੀ ਸੀ। ਇਹ ਹੈਗੀ ਆ ਤੁਹਾਡੀ ਸੋਲੋ ਮਾਡਲ, ਜਿਹੜਾ ਤੁਹਾਡਾ ਕੰਮ ਕਰਦਾ ਰਹਿੰਦਾ ਆ। ਜਦੋਂ ਇਕੋਨਮੀ ਸਟੱਡੀ ਸਟੇਟ ਤੇ ਨਾ ਵੀ ਹੋਵੇ, ਉਸ ਜਗ੍ਹਾ ਤੇ ਕਿਸ ਤਰ੍ਹਾਂ ਕੰਮ ਕਰਦਾ ਉਹ ਤੁਹਾਨੂੰ ਇਹਦੇ ਵਿੱਚ ਇਹ ਸਮਝਾਇਆ ਸੀ। ਜਦੋਂ ਇਕੋਨਮੀ ਸਟੱਡੀ ਸਟੇਟ ਤੇ ਹੋਊਗੀ ਉਦੋਂ ਮੈਕਸਿਮਮ ਪੋਟੈਂਸ਼ੀਅਲ ਤੇ ਕੰਮ ਕਰਦੀ ਆ। ਮੈਕਸਿਮਮ ਪ੍ਰੋਡਕਸ਼ਨ ਉਦੋਂ ਹੀ ਮਿਲਣੀ ਹੈ ਜਦੋਂ ਇਕੋਨਮੀ ਕੀ ਹੋਊਗੀ, ਸਟੱਡੀ ਸਟੇਟ ਇਕੁਇਲਿਬਰੀਅਮ ਤੇ। ਸਟੱਡੀ ਸਟੇਟ ਤੇ ਉਦੋਂ ਆਉਂਦੀ ਆ ਜਦੋਂ ਐਕਚੁਅਲ ਇਨਵੈਸਟਮੈਂਟ ਤੇ ਰਿਕੁਆਇਰਡ ਇਨਵੈਸਟਮੈਂਟ ਸੇਮ ਹੋਣ। ਐਕਚੁਅਲ ਇਨਵੈਸਟਮੈਂਟ ਹੁੰਦੀ ਆ SY, ਰਿਕੁਆਇਰਡ ਇਨਵੈਸਟਮੈਂਟ ਹੁੰਦੀ ਆ NK। ਕਲੀਅਰ ਹੈ? ਜਦੋਂ ਇਸ ਜਗ੍ਹਾ ਤੇ ਕੰਮ ਕਰਨਗੇ ਤੇ ਮੈਕਸਿਮਮ ਪ੍ਰੋਡਕਸ਼ਨ ਫੰਕਸ਼ਨ ਦੇ ਵਿੱਚ ਆਪਾਂ ਨੂੰ ਪਹੁੰਚ ਜਾਵਾਂਗੇ। ਤੇ ਜੇ ਉਹਦੇ ਨਾਲੋਂ ਪਿਛਲੇ ਪੁਆਇੰਟ ਤੇ ਜਾਂਦੇ ਆ, ਐਕਚੁਅਲ ਇਨਵੈਸਟਮੈਂਟ ਜ਼ਿਆਦਾ ਹੋ ਜਾਂਦੀ ਆ, ਜਦ ਕਿ ਰਿਕੁਆਇਰਡ ਇਨਵੈਸਟਮੈਂਟ ਪਿੱਛੇ ਰਹਿ ਜਾਂਦੀ ਹੈ। ਜੇ ਐਕਚੁਅਲ ਜ਼ਿਆਦਾ ਆ, ਰਿਕੁਆਇਰਡ ਘੱਟ ਹੈ, ਦਾ ਮਤਲਬ ਪ੍ਰੋਡਕਸ਼ਨ ਫੰਕਸ਼ਨ ਇਨਕਰੀਜ਼ ਕਰੂਗਾ। ਇਕੋਨਮੀ 'ਚ ਪੈਸਾ ਆ ਗਿਆ, ਪੈਸਾ ਆਊਗਾ ਤੇ ਇਕੋਨਮੀ ਅੱਗੇ ਮੂਵ ਕਰੂਗੀ, ਨਾ ਕਿ ਪਿੱਛੇ ਜਾਊਗੀ। ਜਦੋਂ ਆਪਾਂ ਇਸ ਤੋਂ ਅੱਗੇ ਨਿਕਲ ਜਾਂਦੇ ਇਕੁਇਲਿਬਰੀਅਮ ਤੋਂ, ਉਸ ਜਗ੍ਹਾ ਤੇ ਰਿਕੁਆਇਰਡ ਇਨਵੈਸਟਮੈਂਟ ਜ਼ਿਆਦਾ ਆ, ਐਕਚੁਅਲ ਘੱਟ ਹੈ। ਜੇ ਰਿਕੁਆਇਰਡ ਜ਼ਿਆਦਾ, ਐਕਚੁਅਲ ਘੱਟ ਹੈ, ਇਕੋਨਮੀ ਅੱਗੇ ਨਹੀਂ ਜਾਂਦੀ, ਇਕੋਨਮੀ ਬੈਕ ਤੇ ਆਉਂਦੀ, ਕਿਉਂਕਿ ਹੌਲੀ ਹੌਲੀ ਪ੍ਰੋਡਕਸ਼ਨ ਤੇ ਇਨਕਮ ਆਪਸ ਦੇ ਵਿੱਚ ਇਸ ਤਰ੍ਹਾਂ ਘੁੰਮਦੇ ਆ ਕਿ ਇਕੋਨਮੀ ਨੂੰ ਪਿੱਛੇ ਲੈ ਕੇ ਚੱਲ ਜਾਂਦੇ ਆ, ਜਿਹਦੇ ਕਰਕੇ ਦੁਬਾਰਾ ਤੋਂ ਉਹੀ ਟੀ ਪੁਆਇੰਟ ਰੀਸਟੋਰ ਹੋ ਜਾਂਦਾ ਹੈ। ਇਹ ਤੁਹਾਡਾ ਹੈਗਾ ਸੀ ਸਾਰੇ ਦਾ ਸਾਰਾ ਸੋਲੋ ਮਾਡਲ। ਕਈ ਜਗ੍ਹਾ ਦੇ ਉੱਤੇ ਸਿਰਫ ਇੱਥੇ ਤੱਕ ਹੀ ਸੋਲੋ ਮਾਡਲ ਕਰਦੇ ਆ, ਇਹਦੇ ਅੱਗੇ ਸੋਲੋ ਮਾਡਲ ਦੀ ਐਕਸਪਲੇਨੇਸ਼ਨ ਨਹੀਂ ਹੈਗੀ। ਮੈਂ ਤੁਹਾਨੂੰ ਇਹਦੇ ਅੱਗੇ ਇੰਪੈਕਟ ਦੱਸਣਾ ਆ। ਉਹ ਇੰਪੈਕਟ ਆਉਣਾ ਆ ਟੈਕਨੋਲੋਜੀ ਦਾ, ਸੇਵਿੰਗ ਫੰਕਸ਼ਨ ਦਾ। ਆ ਤੁਹਾਡੇ ਕੋਲ 3-4 ਚੀਜ਼ਾਂ, ਇਨ ਸੇਵਿੰਗ ਰੇਟ ਦਾ ਇੰਪੈਕਟ, ਉਸ ਤੋਂ ਬਾਅਦ ਪਾਪੂਲੇਸ਼ਨ ਗਰੋਥ ਰੇਟ ਯਾਨੀ ਕਿ L ਦਾ ਇਫੈਕਟ, ਉਸ ਤੋਂ ਬਾਅਦ ਤੁਹਾਡੇ ਕੋਲ ਇਫੈਕਟ ਹੋਣਾ ਹੈ ਟੈਕਨੋਲੋਜੀ ਦਾ। ਜਿਹੜੇ ਵੀ ਆਪਣੇ 3 ਕਾਰਨ ਆ। ਇਹ ਸਾਰੀਆਂ ਡਾਇਗਰਾਮਸ ਆਪਾਂ ਕੱਲ ਪਰਸੋਂ ਕਰਾਂਗੇ। ਇਹਨਾਂ ਦੀ ਐਕਸਪਲੇਨੇਸ਼ਨ ਬੋਲਣੀ ਹੀ ਆ ਮੈਂ, ਬਸ ਉਹਦੇ ਨਾਲ ਹੀ ਤੁਹਾਨੂੰ ਇਹ ਕਲੀਅਰ ਹੋ ਜਾਣਾ। ਜੇ ਪੇਪਰ 'ਚ ਕਰਨੀ ਪਏ ਤੇ ਕਰ ਸਕਦੇ ਹੋ।
ਕਲੀਅਰ ਹੈ। ਇਹਦੇ ਨਾਲ ਹੀ ਆਪਾਂ ਅੱਜ ਦਾ ਲੈਕਚਰ ਖਤਮ ਕਰਦੇ ਹਾਂ। ਥੈਂਕ ਯੂ।